ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਆਡੀਓ ਬੁੱਕ YouTube ਚੈਨਲ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਭੂਰਿਆਂ ਵਾਲੇ ਰਾਜੇ ਕੀਤੇ ਕਿਤਾਬ ਦਾ ਅਗਲਾ ਭਾਗ ਪੜ੍ਹਨ ਜਾ ਰਹੇ ਹਾਂ। ਪੰਨਾ ਨੰਬਰ 77। ਸ਼ਾਹੀ ਲਸ਼ਕਰ ਦਾ ਲੋਹਗੜ੍ਹ ਤੇ ਹਮਲਾ ਤੇ ਬੰਦਾ ਸਿੰਘ ਬਹਾਦਰ ਦਾ ਹੱਥ ਨਾ ਆਉਣਾ। ਬਹਾਦਰ ਸ਼ਾਹ ਬੜੇ ਤਕੜੇ ਲਾਮ ਲਸ਼ਕਰ ਨਾਲ ਸਢੋਰੇ ਕੰਪੂ ਵਿੱਚ ਬੈਠੇ ਬੰਦਾ ਸਿੰਘ ਉੱਤੇ ਤੁਰੰਤ ਹਮਲੇ ਲਈ ਤਿਆਰੀਆਂ ਤੇ ਵਿਉਂਤਬੰਦੀ ਕਰ ਰਿਹਾ ਸੀ। ਹੋਰ ਸਮਾਂ ਗਵਾਏ ਤੋਂ ਬਿਨਾਂ ਉਹ ਬੰਦਾ ਸਿੰਘ ਦੇ ਸਿੰਘਾਂ ਤੇ ਟੁੱਟ ਪੈਣਾ ਚਾਹੁੰਦਾ ਸੀ ਅਤੇ ਸਭ ਨੂੰ ਫਨਾਹ ਦੇ ਘਾਟ ਉਤਾਰ ਦੇਣ ਲਈ ਉਤਾਵਲਾ ਸੀ। ਉਸਦੇ ਤੇ ਬੰਦਾ ਸਿੰਘ ਦੇ ਵਿਚਕਾਰ 27-28 ਕਿਲੋਮੀਟਰ ਦਾ ਫਾਸਲਾ ਸੀ। ਬੰਦਾ ਸਿੰਘ ਵੀ ਅਵੇਸਲਾ ਨਹੀਂ ਸੀ ਅਤੇ ਉਸਨੇ ਵੀ ਆਪਣੀ ਮੋਰਚਾਬੰਦੀ ਕੀਤੀ ਹੋਈ ਸੀ। ਸ਼ਾਹੀ ਟਿੱਡੀ ਦਲ ਦਾ ਉਸ ਤੇ ਜਾਂ ਸਿੰਘਾਂ ਦੇ ਮਨਾਂ ਤੇ ਕੋਈ ਅਸਰ ਨਹੀਂ ਸੀ। ਸਿਰਫ ਉਸ ਨੂੰ ਰਸਦ ਪਾਣੀ ਤੇ ਦਾਣੇ ਪੱਠੇ ਦੀ ਘਾਟ ਦੀ ਫਿਕਰ ਜ਼ਰੂਰ ਸੀ, ਜਿਸ ਦੀ ਅਗਵਾਈ ਹਿੰਦੁਸਤਾਨ ਦਾ ਬਾਦਸ਼ਾਹ ਆਪ ਕਰ ਰਿਹਾ ਹੈ। ਉਸ ਸ਼ਾਹੀ ਫੌਜ ਨਾਲ ਮੈਦਾਨ ਅੰਦਰ ਦੋ ਹੱਥ ਕਰਨ ਦੀ ਉਮੰਗ ਅਤੇ ਅਥਾਹ ਜੋਸ਼ ਖਾਲਸੇ ਦੇ ਸੀਨਿਆਂ ਅੰਦਰ ਸਮੁੰਦਰ ਵਾਂਗ ਉਬਲ ਉਛਲ ਰਿਹਾ ਸੀ। ਦੂਜੇ ਪਾਸੇ ਸ਼ਾਹੀ ਸੈਨਾ ਦੀ ਮਾਨਸਿਕ ਸਥਿਤੀ ਬੜੀ ਮੰਦੀ ਸੀ। ਕਾਫੀ ਖਾਨ ਲਿਖਦਾ ਹੈ ਕਿ ਸੈਨਾ ਇੱਕ ਵੱਡੋਂ ਬੰਦਾ ਸਿੰਘ ਅਤੇ ਸਿੱਖਾਂ ਵੱਲੋਂ ਬੜੀ ਭੈਭੀਤ ਸੀ ਅਤੇ ਸਾਰੇ ਲਸ਼ਕਰ ਵਿੱਚ ਖੌਫ ਹਰਾਸ ਛਾਇਆ ਹੋਇਆ ਸੀ। ਸਭ ਸਹਿਮੇ ਪਏ ਸਨ। ਇਰਵਿਨ ਦੱਸਦਾ, ਸੈਨਾ ਵਿੱਚ ਹਰ ਛੋਟੇ ਵੱਡੇ ਦੀ ਜ਼ੁਬਾਨ ਤੇ ਸੀ ਕਿ ਬੰਦਾ ਸਿੰਘ ਬੜਾ ਵੱਡਾ ਜਾਦੂਗਰ ਹੈ। ਉਸ ਜਾਦੂਗਰ ਨਾਲੋਂ ਵੀ ਕਿਤੇ ਵੱਡਾ, ਜਿਸ ਨੇ ਵਹਿੜਕੇ ਤੋਂ ਗੱਲਾਂ ਕਰਾ ਦਿੱਤੀਆਂ ਸਨ। ਉਹ ਆਪਣੇ ਵੱਲ ਆ ਰਹੀ ਗੋਲੀ ਨੂੰ ਪਿਛਾਂਹ ਚਲਾਉਣ ਵਾਲੇ ਵੱਲ ਹੀ ਮੋੜ ਸਕਦਾ, ਮੰਤਰ ਮਾਰ ਕੇ ਇਹੋ ਜਿਹੀ ਹਾਲਾਤ ਪੈਦਾ ਕਰ ਸਕਦਾ ਕਿ ਦੁਸ਼ਮਣ ਦੇ ਨੇਜਿਆਂ ਤਲਵਾਰਾਂ ਦਾ ਸਿੱਖਾਂ ਦੇ ਜਿਸਮਾਂ ਉੱਤੇ ਕੋਈ ਅਸਰ ਹੀ ਨਾ ਹੋਵੇ। ਇਹੋ ਜਿਹੀਆਂ ਬੇਸਿਰ ਪੈਰ ਦੀਆਂ ਅਫਵਾਹਾਂ ਨੇ ਬਾਦਸ਼ਾਹ ਦੇ ਅਮੀਰਾਂ, ਵਜ਼ੀਰਾਂ ਅਤੇ ਸੈਨਿਕਾਂ ਨੂੰ ਬੜਾ ਹੈਰਾਨ ਪਰੇਸ਼ਾਨ ਕੀਤਾ ਹੋਇਆ ਸੀ ਅਤੇ ਇੰਜ ਸਾਰੇ ਹੌਸਲਾ ਹਾਰੀ ਬੈਠੇ ਸਨ। ਦੂਜੇ ਪਾਸੇ ਸਿੱਖ ਬਹੁਤ ਹੀ ਚੜ੍ਹਦੀ ਕਲਾ ਵਿੱਚ ਸਨ। ਬੰਦਾ ਸਿੰਘ ਨੇ ਉਹਨਾਂ ਅੰਦਰ ਇਹ ਨਿਸ਼ਚਾ ਅਤੇ ਭਰੋਸਾ ਪੱਕਾ ਕੀਤਾ ਹੋਇਆ ਸੀ ਕਿ ਇਸ ਯੁੱਧ ਵਿੱਚ ਜੋ ਸ਼ਹੀਦੀਆਂ ਪ੍ਰਾਪਤ ਕਰਨਗੇ, ਵਾਹਿਗੁਰੂ ਉਹਨਾਂ ਦਾ ਹਲਤ ਪਲਤ ਸਵਾਰੇਗਾ, ਉਹ ਦਰਗਾਹੇ ਨਿਵਾਜੇ ਜਾਣਗੇ। ਸ਼ੇਰ ਦੇ ਘੁਰੇ ਤੱਕ ਤਾਂ ਸਾਰੇ ਬੜੇ ਚਾਅ ਅਤੇ ਜੋਸ਼ ਨਾਲ ਦਮਗਜੇ ਮਾਰਦੇ ਜਾ ਆਪੜੇ ਸਨ, ਪਰ ਹੁਣ ਅੱਗੇ ਵੱਧ ਕੇ ਕੌਣ ਸ਼ੇਰ ਨੂੰ ਵੰਗਾਰੇ ਅਤੇ ਮੌਤ ਸਹੇੜੇ। ਪਰ ਇੱਥੋਂ ਪਰਤ ਕੇ ਦੁਨੀਆ ਨੂੰ ਕੀ ਮੂੰਹ ਵਿਖਾ ਸਕਦੇ ਸਨ। ਸਥਿਤੀ ਇਹ ਬਣੀ ਹੋਈ ਸੀ ਕਿ ਸਾਰੇ ਦਿਲਾਂ ਵਿੱਚ ਦੁਆਈ ਕਰ ਰਹੇ ਸਨ ਕਿ ਅੱਲਾਹ ਪਾਕ ਜੋ ਰਹੀਮ ਅਤੇ ਕਰੀਮ ਵੀ ਹੈ, ਕੋਈ ਭਾਣਾ ਇਹੋ ਜਿਹਾ ਵਰਤਾ ਦੇਵੇ ਕਿ ਬਾਦਸ਼ਾਹ ਇਹ ਮੁਹਿੰਮ ਇੱਥੇ ਸਮਾਪਤ ਕਰਕੇ ਹਿੰਦੁਸਤਾਨ ਵਿੱਚ ਕਿਸੇ ਹੋਰ ਪਾਸੇ ਦੀ ਮੁਹਿੰਮ ਨੂੰ ਸਰ ਕਰਨ ਲਈ ਕੂਚ ਕਰ ਦੇਵੇ। ਬੰਦਾ ਸਿੰਘ ਅਤੇ ਉਸਦੇ ਸਿੱਖਾਂ ਦਾ ਸਾਹਮਣਾ ਨਾ ਕਰਨਾ ਪਵੇ। ਜੇ ਇਹ ਨਹੀਂ ਤਾਂ ਅੱਲਾਹ ਰਹੀਮ ਕਰੇ ਅਤੇ ਬੰਦਾ ਸਿੰਘ ਦੇ ਮਨ ਵਿੱਚ ਹੀ ਕੋਈ ਇਹੋ ਜਿਹਾ ਖਿਆਲ ਪਾ ਦੇਵੇ ਕਿ ਮੁਗਲਾਂ ਦੇ ਐਡੇ ਜਰਾਹ ਲਸ਼ਕਰ ਨੂੰ ਤੱਕ ਕੇ ਕਿਧਰੇ ਨਿਕਲ ਜਾਣ ਦਾ ਫੈਸਲਾ ਕਰ ਲਵੇ। ਉਸ ਦਾ ਕੀ ਮੁਕਾਬਲਾ ਹੈ ਐਡੇ ਵੱਡੇ ਦਲ ਨਾਲ। ਯਾ ਖੁਦਾ ਪਾ ਦੇ ਇਹ ਨੇਕ ਸਲਾਹ ਕਾਫਰਾਂ ਦੇ ਦਿਲਾਂ ਵਿੱਚ। ਯਾ ਮੌਲਾ ਕਰ ਰਹਿਮਤ ਆਪਣੇ ਮੋਮਨਾਂ ਤੇ। ਅਸੀਂ ਤਾਂ ਤੇਰੀ ਰਹਿਮਤ ਦਾ ਹੀ ਦਾਮਨ ਫੜੀ ਬੈਠੇ ਹਾਂ, ਪਰ ਵਿੱਚੋਂ ਹੀ ਕਈ ਕਹਿਣ ਕਿ ਇਹ ਬੜੀ ਹੱਠੀ ਅਤੇ ਸਿਰੜੀ ਕੌਮ ਹੈ। ਲਸ਼ਕਰ ਭਾਵੇਂ ਇਸ ਤੋਂ 10 ਗੁਣਾ ਹੋਰ ਵੀ ਆਣ ਰਲੇ, ਸਾਡੀ ਗਿਣਤੀ ਇਹਨਾਂ ਨੂੰ ਭੈਭੀਤ ਨਹੀਂ ਕਰ ਸਕਦੀ। ਲੜੇ ਮਰੇ ਤੋਂ ਬਿਨਾਂ ਇਹ ਪਿੜ ਛੱਡ ਜਾਣ, ਇਹ ਤਾਂ ਇਹਨਾਂ ਦੇ ਖੂਨ ਵਿੱਚ ਹੀ ਨਹੀਂ ਹੈ। ਪੁਰਜਾ ਪੁਰਜਾ ਕੱਟ ਮਰਨਗੇ, ਮੈਦਾਨ ਵਿੱਚ ਰਣੋਂ ਹਿੱਲਣਗੇ ਨਹੀਂ। ਅਤਾ ਮੁਹੰਮਦਾ ਬਾਦਸ਼ਾਹ ਦਾ ਕੁਝ ਨਹੀਂ ਵਿਗੜਨਾ, ਸ਼ਹਿਜ਼ਾਦਿਆਂ ਨੂੰ ਤੱਤੀ ਵਾਰ ਨਹੀਂ ਲੱਗਣੀ, ਅਮੀਰਾਂ ਵਜ਼ੀਰਾਂ ਵੀ ਲਗਭਗ ਬਚ ਹੀ ਨਿਕਲਣਾ ਹੈ। ਪਰ ਮੂੰਹ ਅੱਡੀ ਕਬਰਾਂ ਤਾਂ ਸਾਨੂੰ ਹੀ ਉਡੀਕਦੀਆਂ ਹਨ। ਸਾਡੇ ਭਾ ਦੀ ਕਿਆਮਤ ਤਾਂ ਸਿਰ ਤੇ ਆਈ ਖੜੀ ਹੈ। ਕਮਾਂਡਰਾਂ ਨਾਲ ਸਲਾਹ ਕਰਕੇ ਬਾਦਸ਼ਾਹ ਨੇ ਫੌਜ ਦਾ ਬੜਾ ਤਕੜਾ ਹਿੱਸਾ ਰੁਸਤਮ ਦਿਲ ਖਾਂ ਦੀ ਕਮਾਨ ਵਿੱਚ ਸਢੋਰਿਓਂ ਅੱਗੇ ਲੋਹਗੜ੍ਹ ਨੂੰ ਰਵਾਨਾ ਕੀਤਾ।
ਤਾਂ ਕਿ ਉਹ ਬੰਦਾ ਸਿੰਘ ਦੀ ਮੋਰਚਾਬੰਦੀ ਦੀ ਸੂਹ ਕੱਢੇ ਅਤੇ ਡਿੱਠ ਵੇਖੇ, ਜੋ ਹਮਲੇ ਤੋਂ ਪਹਿਲਾਂ ਬਹੁਤ ਜ਼ਰੂਰੀ ਹੁੰਦੀ ਹੈ। ਇਹ ਫੌਜ ਆਪਣੇ ਨਿਸ਼ਾਨੇ ਦੀ ਪੂਰਤੀ ਲਈ ਸਢੋਰਿਓਂ 2 ਕੋਹ ਹੀ ਅੱਗੇ ਗਈ ਹੋਵੇਗੀ ਕਿ ਸਿੱਖ ਅਸਮਾਨੀ ਬਿਜਲੀ ਵਾਂਗ ਵਧੀ ਆ ਰਹੀ ਫੌਜ 'ਤੇ ਟੁੱਟ ਪਏ। ਇਹ ਹਮਲਾ ਇੰਨਾ ਅਚਨਚੇਤ ਅਤੇ ਤੇਜ਼ੀ ਨਾਲ ਹੋਇਆ ਕਿ ਮੂੰਹ ਰੱਖੇ ਦਸਤੇ ਤਾਂ ਪਲ ਭਰ ਵਿੱਚ ਹੀ ਗਾਜਰ ਮੂਲੀ ਵਾਂਗ ਕੱਟ ਕੇ ਸੁੱਟ ਦਿੱਤੇ ਗਏ। ਮਰਕਜ਼ੀ ਹਿੱਸੇ ਵਿੱਚ ਵੀ ਭਗਦੜ ਮੱਚ ਗਈ। ਤੀਰਾਂ ਦੀ ਸਰੜ ਅਤੇ ਰਾਮ ਜੰਗਿਆਂ ਦੀ ਠਾਹ ਨੇ ਫੜ ਲਓ, ਮਾਰ ਲਓ, ਜਾਨ ਨਾ ਦਿਓ ਸੁੱਕੇ ਦਿਆਂ ਲਲਕਾਰਿਆਂ ਨਾਲ ਰਲ ਕੇ ਗਾਜ਼ੀਆਂ ਦੇ ਸਹਿਮ ਅਤੇ ਖੌਫ ਨੂੰ ਦੁੱਗਣਾ ਕਰ ਦਿੱਤਾ। ਜ਼ਖਮੀਆਂ ਦੀ ਹਾਲ ਪਾਰਿਆਂ ਭਿਆਨਕ ਦ੍ਰਿਸ਼ ਨੂੰ ਹੋਰ ਵਧੇਰੇ ਭਿਆਨਕ ਬਣਾ ਰਹੀ ਸੀ। ਸਿੰਘਾਂ ਦੇ ਹੱਥੋਂ ਨੇਜੇ, ਤਲਵਾਰਾਂ, ਤੀਰ, ਰਾਮ ਜੰਗੇ ਚੱਲਦੇ ਵੇਖ ਕੇ ਉਹਨਾਂ ਦਾ ਗਾਜ਼ੀਆਂ ਦੇ ਦਿਲ ਵਿੱਚ ਬੈਠਾ ਭੈ ਹੋਰ ਪੱਕਾ ਹੋ ਗਿਆ। ਕਈਆਂ ਭੱਜ ਕੇ ਜਾਨਾਂ ਬਚਾਈਆਂ। ਸਿੰਘ ਕਈ ਦਿਨਾਂ ਦੇ ਮੋਰਚਿਆਂ ਅੰਦਰ ਬੈਠੇ ਇਸੇ ਸੁਲੱਖਣੀ ਘੜੀ ਨੂੰ ਬੇਤਾਬੀ ਨਾਲ ਉਡੀਕ ਰਹੇ ਸਨ। ਹਰ ਕੋਈ ਦਿਲ ਦੀਆਂ ਸਦਰਾਂ ਪੂਰੀਆਂ ਕਰਨੀਆਂ ਚਾਹੁੰਦਾ ਸੀ। ਤਲਵਾਰਾਂ ਦੀ ਫਰਨ ਅਤੇ ਨੇਜਿਆਂ ਦੀਆਂ ਝੜਪਾਂ ਨੇ ਆਪਣਾ ਅਨੋਖਾ ਹੀ ਰੰਗ ਬੱਧਾ ਹੋਇਆ ਸੀ। ਸਿੰਘ ਤੇਗਾਂ ਅਤੇ ਨੇਜਿਆਂ ਦੀ ਲੜਾਈ ਨੂੰ ਅਸਲ ਲੜਾਈ ਸਮਝਦੇ ਸਨ। ਇਹਨਾਂ ਨਾਲ ਹੀ ਦੋ ਪਾਸੀ ਸੂਰਮੇ ਆਪਣੇ ਆਪਣੇ ਜੌਹਰ ਵਿਖਾ ਸਕਦੇ ਸਨ। ਬੰਦੂਕਾਂ ਤਾਂ ਦੂਰੋਂ ਸਾਰੇ ਹੀ ਚਲਾ ਲੈਂਦੇ ਹਨ, ਪਰ ਮਰਦਾਨਗੀ ਦਾ ਪਤਾ ਤਾਂ ਉਦੋਂ ਲੱਗਦਾ ਹੈ ਜਦ ਦੋਵੇਂ ਧਿਰਾਂ ਮੱਥੇ ਜੋੜ ਕੇ ਭਿੜਨ ਅਤੇ ਇੱਕ ਦੂਜੇ ਦੇ ਉੱਤੋਂ ਦੀ ਬਾਜੀ ਮਾਰਨ। ਮੁਗਲ ਫੌਜ ਦਾ ਬਹੁਤ ਬੁਰਾ ਹਾਲ ਹੋ ਰਿਹਾ ਸੀ। ਉਸ ਦੇ ਸੁਪਨੇ ਵਿੱਚ ਵੀ ਨਹੀਂ ਸੀ ਕਿ ਸਢੋਰੇ ਦੇ ਐਨ ਲਾਗੇ ਸਿੰਘਾਂ ਹੱਥੋਂ ਉਹਨਾਂ ਦੀ ਇਹ ਦੁਰਦਸ਼ਾ ਹੋਵੇਗੀ। ਰੁਸਤਮ ਦਿਲ ਖਾਂ ਦੀ ਫੌਜ ਦੀ ਜੋ ਹਾਲਤ ਹੋ ਚੁੱਕੀ ਸੀ ਜਾਂ ਹੋ ਰਹੀ ਸੀ, ਉਸ ਬਾਰੇ ਕਾਫੀ ਖਾਂ ਜ਼ਿਕਰ ਕਰਦਾ ਹੈ। ਇਹ ਮੇਰੇ ਲਈ ਬਿਲਕੁਲ ਅਸੰਭਵ ਹੈ ਕਿ ਲੜਾਈ ਵਿੱਚ ਜੋ ਵਾਪਰਿਆ ਮੈਂ ਉਸ ਦਾ ਵਰਣਨ ਕਰ ਸਕਾਂ। ਫਕੀਰੀ ਭੇਸ ਵਾਲਿਆਂ ਸਿੱਖਾਂ ਨੇ ਸ਼ਾਹੀ ਫੌਜ ਦਾ ਤਰਾਹ ਕੱਢ ਸੁੱਟਿਆ ਸੀ। ਉਹ ਅਤਿਅੰਤ ਭੈਭੀਤ ਹੋ ਚੁੱਕੀ ਸੀ। ਹੁਣ ਤੱਕ ਜਿੰਨੀ ਗਿਣਤੀ ਵਿੱਚ ਸ਼ਾਹੀ ਸੈਨਾ ਮਰ ਚੁੱਕੀ ਸੀ ਅਤੇ ਜਿਸ ਤੇਜ਼ੀ ਨਾਲ ਪਲੋ ਪਲੀ ਸਿੱਖਾਂ ਹੱਥੋਂ ਮਰਦੀ ਜਾ ਰਹੀ ਸੀ ਅਤੇ ਮੁਰਦੇ ਤੇ ਮੁਰਦਾ ਇੰਜ ਚੜ ਰਿਹਾ ਸੀ ਕਿ ਪਲ ਕੁ ਲਈ ਤਾਂ ਇਵੇਂ ਦਿਸਿਆ ਕਿ ਫੌਜ ਫਨਾਹ ਹੋਈ ਕੀ ਹੋਈ। ਚੁਫੇਰੇ ਮੌਤ ਨੱਚ ਰਹੀ ਸੀ ਅਤੇ ਲਾਸ਼ਾਂ ਦੇ ਢੇਰ ਲੱਗ ਚੁੱਕੇ ਸਨ। ਫਿਰੋਜ਼ ਖਾਂ ਮੇਵਾਤੀ ਦਾ ਭਤੀਜਾ ਮਾਰਿਆ ਗਿਆ ਅਤੇ ਉਸ ਦਾ ਪੁੱਤਰ ਘਾਇਲ ਹੋ ਚੁੱਕਾ ਸੀ। ਨੋਟ ਨੰਬਰ 1। ਸਿੰਘਾਂ ਦੇ ਭੇਸ ਬਾਰੇ ਸਮਕਾਲੀ ਮੁਸਲਮਾਨ ਇਤਿਹਾਸਕਾਰ ਅਤੇ ਸਧਾਰਨ ਲਿਖਾਰੀਆਂ ਨੇ ਉਹਨਾਂ ਨੂੰ ਫਕੀਰੀ ਲਿਬਾਸ ਭੇਸ ਵਾਲੇ ਲਿਖਿਆ ਹੈ। ਇਹ ਲਿਖਾਰੀ ਵੀ ਆਪਣੀ ਥਾਂ ਸੱਚੇ ਸਨ। ਫਕੀਰ ਦੇ ਜਿਸਮ ਤੇ ਪੂਰਾ ਕੱਪੜਾ ਨਹੀਂ ਹੁੰਦਾ। ਪੂਰਾ ਕੱਪੜਾ ਉਸ ਜਿਸਮ ਨੂੰ ਢਕਣ ਜੋਗਾ ਕਿੱਥੋਂ, ਜਿਸ ਨੂੰ ਖਾਣ ਲਈ ਪੂਰੀ ਖੁਰਾਕ ਵੀ ਨਾ ਮਿਲੇ। ਇਹ ਫਕੀਰ ਮਸਕੀਨ ਵਿਚਾਰੇ ਅੱਧ ਨੰਗੇ ਹੀ ਵਿਚਰਦੇ ਹਨ। ਰਾਠ ਸਿੰਘਾਂ ਨੂੰ ਜੋ ਸਰਕਾਰ ਦੇ ਜ਼ੁਲਮ ਜ਼ਬਰ ਅਤੇ ਬੇਇਨਸਾਫੀ ਵਿਰੁੱਧ ਜੂਝਦੇ ਸਨ, ਘਰ ਘਾਟ ਛੱਡਣੇ ਪੈਂਦੇ ਸਨ। ਜੀਵਨ ਦੇ ਸੁੱਖ ਇਹਨਾਂ ਨੂੰ ਕਿੱਥੋਂ। ਜਿੱਥੇ ਸਮੇਂ ਦੇ ਬਾਦਸ਼ਾਹ ਨੇ ਇਹਨਾਂ ਦੀ ਮੁਕੰਮਲ ਤਬਾਹੀ ਲਈ ਕਤਲਾਮ ਦੇ ਸਦੀਵੀ ਹੁਕਮ ਚਾੜ ਛੱਡੇ ਹੋਣ, ਉਹਨਾਂ ਲਈ ਪੂਰੇ ਕੱਪੜੇ ਹਾਸਿਲ ਕਰ ਲੈਣਾ ਬੜੀ ਦੂਰ ਦੀ ਗੱਲ ਸੀ। ਉਸ ਵੇਲੇ ਇੱਕ ਰਾਠ ਸਿੰਘ ਦਾ ਆਮ ਕਰਕੇ ਇਹ ਲਿਬਾਸ ਸੀ। ਸਿਰ ਤੇ ਦੁਮਾਲਾ, ਪਿੰਡੇ ਤੇ ਭੂਰੇ ਦੀ ਗਿਲਤੀ, ਤੇੜ ਕਸ਼ਹਿਰਾ ਅਤੇ ਇੱਕ ਕਸ਼ਹਿਰਾ ਕਮਰ ਕੱਸੇ, ਇੱਕ ਚਾਦਰ ਦਾ ਤਕੜਾ ਪਰਨਾ ਸਾਫਾ ਵੀ ਕਮਰ ਦੁਆਲੇ। ਸਿੰਘ ਨੂੰ ਜੇ ਘੋੜਾ ਨਸੀਬ ਹੈ ਤਾਂ ਇੱਕ ਭੂਰਾ ਘੋੜੇ ਲਈ। ਹਾਂ, ਹਥਿਆਰ, ਤੇਗ, ਢਾਲ, ਪੇਸ਼ਕਬਜ਼, ਨੇਜਾ ਆਦਿ ਸਰੀਰ ਤੇ ਭੂਸ਼ਣਾਂ ਵਾਂਗ ਸਜਾਏ ਹੁੰਦੇ ਸਨ। ਸ਼ਾਹੀ ਫੌਜ ਅਤੇ ਹੋਰ ਅਮੀਰ ਵਜ਼ੀਰ ਜਿਨ੍ਹਾਂ ਪਾਸ ਜ਼ਿੰਦਗੀ ਦੇ ਸਭ ਸੁੱਖ ਚੈਨ ਅਤੇ ਕੱਪੜੇ ਲੱਤੇ ਦੀ ਕੋਈ ਕਮੀ ਨਹੀਂ ਸੀ ਹੁੰਦੀ, ਇਹਨਾਂ ਦੀ ਨਿਗਾਹ ਵਿੱਚ ਇੱਕ ਭੂਰੀ ਅਤੇ ਕਸ਼ਹਿਰੇ ਵਾਲਾ ਸਿੰਘ ਫਕੀਰ ਹੀ ਨਜ਼ਰ ਆਉਂਦਾ ਸੀ। ਹਾਂ, ਸਿੰਘ ਸਰਦਾਰਾਂ ਪਾਸ ਜਿਹੜੇ ਜਥੇਦਾਰ ਸਨ ਜਾਂ ਕੋਈ ਪਦਵੀ ਰੱਖਦੇ ਸਨ, ਉਹਨਾਂ ਪਾਸ ਕੱਪੜੇ ਹੁੰਦੇ ਸਨ। ਮੰਨ ਲਓ ਸੈਂਕੜੇ ਹਜ਼ਾਰਾਂ ਵਿੱਚੋਂ ਇੱਕ ਦੋ ਪਾਸ। ਇਹੋ ਕਾਰਨ ਹੈ ਕਿ ਕਾਫੀ ਖਾਂ ਨੂੰ ਆਮ ਸਿੱਖ ਫਕੀਰ ਹੀ ਨਜ਼ਰ ਆਉਂਦਾ ਹੈ
ਅਤੇ ਉਹਨਾਂ ਦੇ ਲਿਬਾਸ ਨੂੰ ਉਹ ਫਕੀਰੀ ਭੇਸ ਸਮਝਦਾ। ਨੰਬਰ 2, ਜਿਸ ਲਿਖਾਰੀ ਦਾ ਉਲਾਰ ਕਿਸੇ ਪਾਸੇ ਹੈ ਉਹ ਨਿਰਪੱਖ ਹੋਣ ਦੀ ਸਮਰੱਥਾ ਨਹੀਂ ਰੱਖਦਾ। ਉਹ ਆਪਣੇ ਜ਼ਮੀਰ ਨੂੰ ਪੈਰਾਂ ਥੱਲੇ ਮਸਲ ਕੇ ਸੱਚਾਈ ਤੋਂ ਕਤਰਾਉਂਦਾ ਹੈ। ਕਾਫੀ ਖਾਂ ਤੇ ਇਸ ਤਰ੍ਹਾਂ ਹੋਰ ਅਨੇਕਾਂ ਮੁਸਲਮਾਨ ਇਤਿਹਾਸਕਾਰ ਜੋ ਬਾਦਸ਼ਾਹ ਨੂੰ ਜਿਲੇ ਇਲਾਹੀ ਭਾਵ ਰੱਬੀ ਪਰਛਾਵਾਂ ਸਮਝਦੇ ਹਨ ਅਤੇ ਉਸ ਦਾ ਦਿੱਤਾ ਖਾਂਦੇ ਹਨ। ਉਹ ਦੀਨ ਦੇ ਰੱਖਿਅਕ ਪਾਤਸ਼ਾਹ ਜੋ ਦੀਨੀ ਭਰਾ ਹੈ ਦੇ ਨੁਕਸਾਨ ਨੂੰ ਉਹ ਵੀ ਜੋ ਕਾਫਰਾਂ ਹੱਥੋਂ ਹੋਇਆ ਹੈ ਕਿਵੇਂ ਹਵਾ ਵਿੱਚ ਉਛਾਲਣ। ਕਾਫਰਾਂ ਨੂੰ ਜੇ ਉਹ ਤਲਵਾਰ ਨਾਲ ਨਹੀਂ ਮਾਰ ਸਕਦੇ ਘੱਟੋ ਘੱਟ ਕਲਮ ਨਾਲ ਤਾਂ ਮਾਰ ਕੇ ਖੁਸ਼ ਹੋਣ, ਬੇਸ਼ੱਕ ਝੂਠ ਮੂਠ ਹੀ ਮਾਰਿਆ ਵਿਖਾਉਣ। ਸ਼ਾਹੀ ਫੌਜਾਂ ਦੇ ਕੁਸ਼ਤਿਆਂ ਦੇ ਪੁਸ਼ਤੇ ਲੱਗ ਗਏ ਪਰ ਗਿਣਤੀ ਦੇਣੋਂ ਝਿਜਕਦਾ ਹੈ। ਉਸਦੇ ਮਨ ਦਾ ਉਲਾਰ ਆਪਣੇ ਧਰਮ ਇਸਲਾਮ ਵੱਲ ਹੈ। ਇਸਲਾਮ ਦੇ ਰਾਖੇ ਪਾਤਸ਼ਾਹ ਦੀ ਫੌਜ ਨੂੰ ਪਈ ਮਾਰ ਕਿਵੇਂ ਉਹ ਇੰਨ ਬਿੰਨ ਲਿਖੇ। ਸੱਚ ਬੋਲਣਾ ਬੜਾ ਔਖਾ ਹੈ। ਅਸੀਂ ਮੰਨ ਲੈਂਦੇ ਹਾਂ ਕਿ ਸਿੱਖ 1500 ਹੀ ਖੇਤ ਰਿਹਾ ਹੋਵੇਗਾ, ਪਰ ਉਸ ਨੇ ਇਸ ਗਿਣਤੀ ਨੂੰ ਕੁਸ਼ਤਿਆਂ ਦੇ ਪੁਸ਼ਤੇ ਨਹੀਂ ਲਿਖਿਆ। ਇਸ ਤੋਂ ਇਹ ਸਿੱਧ ਹੋਇਆ ਕਿ ਜਿਨ੍ਹਾਂ ਦੇ ਮੁਰਦਿਆਂ ਦੇ ਪੁਸ਼ਤੇ ਲੱਗੇ ਉਹ 1500 ਤੋਂ ਕਈ ਗੁਣਾ ਜ਼ਿਆਦਾ ਹੋਣਗੇ। ਜਿਨ੍ਹਾਂ ਮੁਰਦਿਆਂ ਨੂੰ ਅਤੇ ਮਰ ਰਿਆਂ ਨੂੰ ਤੱਕ ਕੇ ਉਸ ਨੇ ਪਲਕ ਲਈ ਸਮਝਿਆ ਸੀ ਕਿ ਸ਼ਾਹੀ ਫੌਜ ਨਿਬੜੀ ਕਿ ਨਿਬੜੀ, ਉਹਨਾਂ ਦੀ ਗਿਣਤੀ ਤਾਂ ਕਈ ਹਜ਼ਾਰਾਂ ਦੀ ਹੋਵੇਗੀ। ਕਾਫੀ ਖਾਂ ਦੇ ਵੱਸ ਦੀ ਗੱਲ ਨਹੀਂ। ਉਹ ਇੱਕ ਪੱਕਾ ਮੁਸਲਮਾਨ ਹੈ, ਈਮਾਨ ਵਾਲਾ ਹੈ, ਆਪਣੇ ਪੱਖ ਦਾ ਨਫਾ ਨੁਕਸਾਨ ਸੋਚਦਾ। ਇਸਲਾਮ ਬਾਰੇ ਤਾਂ ਸੱਚਾ ਹੈ ਪਰ ਇਤਿਹਾਸ ਬਾਰੇ ਸੱਚ ਤੋਂ ਥਿੜਕਦਾ। ਸਿੱਖ ਇਤਿਹਾਸ ਦਾ ਬਸ ਇਹੋ ਹੀ ਦੁਖਾਂਤ ਰਿਹਾ ਹੈ ਕਿ ਇਸ ਦੀਆਂ ਘਾਲਾਂ ਨੂੰ ਇੰਨ ਬਿੰਨ ਅਤੇ ਹੱਕੋ ਹੱਕ ਦੱਸਣ ਦੀ ਕਿਸੇ ਗੈਰ ਸਿੱਖ ਇਤਿਹਾਸਕਾਰ ਨੇ ਜੁਰਅਤ ਨਹੀਂ ਕੀਤੀ। ਸਿੱਖ ਇਤਿਹਾਸ ਨੂੰ ਰੋਲਿਆ ਘਚੋਲਿਆ ਅਤੇ ਮਿਧ ਕੇ ਧੁੰਦਲਾ ਕੀਤਾ ਗਿਆ ਹੈ। ਫਿਰ ਵੀ ਜਿੰਨੀ ਥੋੜ੍ਹੀ ਬਹੁਤ ਸੱਚਾਈ ਸਾਡੇ ਸਾਹਮਣੇ ਆਈ ਹੈ ਉਸ ਨੇ ਹੀ ਦੂਜਿਆਂ ਦੇ ਇਤਿਹਾਸ ਨੂੰ ਪੱਖਪਾਤੀ ਬਣ ਕੇ ਵਿਧੀ ਜੁਗਤੀ ਪੂਰਵਕ ਸੰਵਾਰ ਕੇ ਅਤੇ ਸੱਚ ਵੱਲੋਂ ਬੇਲਿਹਾਜ਼ੇ ਹੋ ਕੇ ਲਿਖਿਆ ਹੈ। ਨੂੰ ਬੀਚ ਮੈਦਾਨ ਦੇ ਮਾਤ ਪਾ ਕੇ ਰੱਖ ਦਿੱਤਾ ਹੈ। ਦੁਨੀਆ ਅਸ਼ ਕਰਦੀ ਹੈ ਆਪਣੇ ਨਫੇ ਨੁਕਸਾਨ ਬਾਰੇ। ਜਿੱਥੇ ਗੱਲ ਲਿਖਣ ਵਿੱਚ ਆਉਣੀ ਹੋਵੇ ਸਰਕਾਰਾਂ ਕਿੰਨੀਆਂ ਪੱਖਪਾਤੀ ਹੁੰਦੀਆਂ ਹਨ। ਇਹ ਗੱਲ ਚੱਲੀ ਸੀ। ਜਰਾ ਮਿਸਾਲ ਲਵੋ। ਮਾਓ ਦੀ ਅਗਵਾਈ ਵਿੱਚ ਚੀਨੀਆਂ ਨੇ ਚਿਆਂਗ ਕਾਈ ਸ਼ਿਕ, ਜਿਸ ਦੀ ਪਿੱਠ ਤੇ ਅਮਰੀਕਾ, ਬਰਤਾਨੀਆ, ਫਰਾਂਸ, ਇਟਲੀ ਆਦਿ ਸਨ, ਦੇ ਵਿਰੁੱਧ ਬੜੀ ਲੰਮੀ ਅਤੇ ਡਟਵੀਂ ਲੜਾਈ ਲੜੀ। ਸਾਮਰਾਜੀ ਤਾਕਤਾਂ ਦਾ ਅਖਬਾਰੀ ਮੀਡੀਆ ਮਾਓ ਪੱਖੀ ਲੜਾਕੂਆਂ ਦੇ ਨੁਕਸਾਨ ਨੂੰ ਬੜਾ ਵਧਾ ਚੜ੍ਹਾ ਕੇ ਦੱਸਿਆ ਕਰੇ। ਚਿਆਂਗ ਵਾਲੀ ਸਰਕਾਰ ਕੌਮੀ ਸਰਕਾਰ ਵਜਦੀ ਸੀ ਅਤੇ ਫੌਜ ਕੌਮੀ ਫੌਜ ਅਖਵਾਉਂਦੀ ਸੀ। ਰੋਜ਼ ਪੜ੍ਹਨ ਨੂੰ ਮਿਲਿਆ ਕਰੇ ਕਿ ਨੈਸ਼ਨਲਿਸਟ ਫੌਜਾਂ ਨੇ ਇੰਨੇ ਹਜ਼ਾਰ ਬਾਗੀ ਗੁਰੀਲੇ ਮਾਰ ਮੁਕਾਏ, ਇੰਨੇ ਖਪਾਏ, ਇੰਨੇ ਗ੍ਰਿਫਤਾਰ ਕੀਤੇ। ਇੱਕ ਦਿਨ ਤਾਂ ਸੀ ਕਿ ਲੜਾਈ ਜੋ ਯੰਗਸੀ ਕਿਆਂਗ ਦਰਿਆ ਕੰਢੇ ਹੋ ਰਹੀ ਸੀ, ਉਸ ਵਿੱਚ ਇੰਨੇ ਬਾਗੀ ਮਾਰ ਕੇ ਸੁੱਟ ਦਿੱਤੇ ਗਏ ਕਿ ਯੰਗਸੀ ਨਦੀ ਦਾ ਪਾਣੀ ਸੁਰਖ ਹੋ ਕੇ ਵਗਣ ਲੱਗ ਪਿਆ। ਸਾਡੇ ਪੰਜਾਬ ਦੇ 1948-49 ਦੇ ਉਰਦੂ ਦੇ ਅਖਬਾਰ ਜੋ ਆਰੀਆ ਸਮਾਜੀ ਲਾਲਿਆਂ ਦੀ ਇੱਕ ਕਿਸਮ ਦੀ ਮਨਾਪਲੀ ਬਣ ਚੁੱਕੇ ਸਨ, ਅਮਰੀਕੀ ਰਿਜ਼ਕ ਦਾਤਿਆਂ ਨੂੰ ਖੁਸ਼ ਕਰਨ ਲਈ ਸ਼ਹਾਫਤੀ ਨੈਤਿਕਤਾ ਦੀਆਂ ਸਭ ਹੱਦਾਂ ਟੱਪ ਗਏ ਸਨ। ਇਹਨਾਂ ਲਿਖਣੋਂ ਸੰਕੋਚ ਨਹੀਂ ਕੀਤਾ, ਪਰ ਦੁਨੀਆ ਉਸ ਦਿਨ ਹੈਰਾਨ ਰਹਿ ਗਈ ਜਦ ਬਾਗੀਆਂ ਨੇ ਕੌਮੀ ਸਰਕਾਰ ਦਾ ਲਾਸ਼ਾਂ ਚੁੱਕ ਕੇ ਫਾਰਮੂਸਾ ਵਿੱਚ ਸੁੱਟ ਦਿੱਤਾ, ਜਿੱਥੇ ਹੁਣ ਵੀ ਕਿਸੇ ਨਾ ਕਿਸੇ ਹਾਲਤ ਵਿੱਚ ਉਸ ਗਲੀ ਸੜੀ ਲਾਸ਼ ਨੂੰ ਅਮਰੀਕੀ ਬਹਿਰੀ ਬੇੜਿਆਂ ਦੀ ਬੁੱਕਲ ਵਿੱਚ ਜਿਉਂਦਾ ਹੀ ਦਰਸਾਇਆ ਜਾ ਰਿਹਾ ਹੈ। ਪਰ ਹੁਣ ਇਹ ਅਖਬਾਰ ਉਸ ਬਾਰੇ ਅਤੇ ਇਹੋ ਜਿਹੀਆਂ ਹੋਰ ਸੱਚਾਈਆਂ ਬਾਰੇ ਕੁਝ ਵੀ ਨਹੀਂ ਲਿਖਦੇ। ਸ਼ਾਇਦ ਸਮਝ ਗਏ ਹੋਣ ਕਿ ਮਰੇ ਨੂੰ ਕੌਣ ਜਿਉਂਦਾ ਮੰਨ ਲਵੇਗਾ। ਪਾਕਿਸਤਾਨ ਅਤੇ ਅਮਰੀਕੀ ਸ਼ਹਿ ਤੇ ਹਰ ਪ੍ਰਕਾਰ ਦੀ ਸਹਾਇਤਾ ਨਾਲ ਅਫਗਾਨਿਸਤਾਨ ਮੁਜਾਹਿਦੀਨ ਨੇ ਕਾਬਲ ਸਰਕਾਰ ਨਾਲ ਆਡਾ ਲਾਇਆ ਹੋਇਆ ਹੈ। ਕਈ ਥਾਵਾਂ ਤੇ ਬੜੇ ਸਖਤ ਹਮਲੇ ਕੀਤੇ। ਪਾਕ ਫੌਜਾਂ ਭੇਸ ਵਟਾ ਕੇ ਨਾਲ ਲੜੀਆਂ, ਕਾਫੀ ਨੁਕਸਾਨ ਉਠਾ ਕੇ ਪਿਛਾਂਹ ਹਟੀਆਂ। ਦੂਜੇ ਬੰਨੇ ਅਫਗਾਨ ਸਰਕਾਰ ਦੀ ਸਹਾਇਤਾ ਅਤੇ ਰੂਸੀ ਮਸੱਲਾ ਫੌਜਾਂ ਸਨ।
ਹਰ ਛੋਟੀ ਝੜਪ ਪਿੱਛੋਂ ਪਾਕ ਟੀਵੀ, ਰੇਡੀਓ ਅਤੇ ਅਖਬਾਰਾਂ ਨੇ ਘਟਨਾਵਾਂ ਨੂੰ ਮਸਾਲੇ ਲਾ ਲਾ ਕੇ ਪੇਸ਼ ਕੀਤਾ। ਕੋਈ ਐਸੀ ਝੜਪ ਨਹੀਂ ਸੀ ਜਿਸ ਵਿੱਚ ਸੈਂਕੜੇ ਰੂਸੀ ਫੌਜੀ ਟੈਂਕ ਅਤੇ ਬਖਤਰਬੰਦ ਗੱਡੀਆਂ ਖਤਮ ਨਾ ਹੋਈਆਂ ਹੋਣ। ਕਿਸੇ ਮੁਜਾਹਦ ਨੂੰ ਤੱਤੀ ਵਾਲ ਲੱਗੀ ਵੀ ਨਹੀਂ ਦੱਸਿਆ ਜਾਂਦਾ ਜਿੰਨੀ ਰੂਸੀ ਫੌਜ ਪਾਕ ਵੱਲੋਂ ਮਰੀ ਵਿਖਾਈ ਗਈ ਹੈ। ਇਹ ਹਿਸਾਬ ਨਾਲ ਰੂਸ ਦੀ ਫੌਜ ਸਾਰੀ ਟੈਂਕਾਂ, ਤੋਪਾਂ, ਬਖਤਰਬੰਦ ਗੱਡੀਆਂ, ਹਵਾਈ ਜਹਾਜ਼ਾਂ ਸਮੇਤ ਕਈ ਵਾਰ ਮਰ ਚੁੱਕੀ ਹੋਣੀ ਚਾਹੀਦੀ ਸੀ। 1965 ਈਸਵੀ ਅਤੇ 1971 ਦੀਆਂ ਹਿੰਦ ਪਾਕ ਜੰਗਾਂ ਵਿੱਚ ਹਿੰਦੁਸਤਾਨ ਦੀ ਸਾਰੀ ਫੌਜ, ਹਵਾਈ ਫੌਜ ਅਤੇ ਸਮੁੰਦਰੀ ਫੌਜ ਪਾਕਿਸਤਾਨ ਵੱਲੋਂ ਪਾਕ ਸੂਰਮਿਆਂ ਨੇ ਕਈ ਵਾਰ ਫਨਾਹ ਕਰ ਛੱਡੀ ਹੈ, ਪਰ ਆਪਣਾ ਕਦੀ ਕੋਈ ਨੁਕਸਾਨ ਨਹੀਂ ਸੀ ਵਿਖਾਇਆ। 1965 ਈਸਵੀ ਵਿੱਚ ਹਮ ਜਬ ਚਾहेंगे ਟਹਿਲਤੇ ਟਹਿਲਤੇ ਦਿੱਲੀ ਆ ਜਾएंगे ਕਹਿਣ ਵਾਲਾ ਖੁਦ ਸਾਖਰਤਾ ਫੀਲਡ ਮਾਰਸ਼ਲ 500 ਤੋਂ ਉੱਤੇ ਪਿੰਡ ਅਤੇ ਚੌਂਕੀਆਂ ਕਸ਼ਮੀਰ ਵਿੱਚ ਖੁਹਾ ਕੇ ਅਤੇ ਕਾਫੀ ਜਾਨੀ ਮਾਲੀ ਨੁਕਸਾਨ ਕਰਵਾ ਕੇ ਬੜੀ ਕਾਮਯਾਬੀ ਨਾਲ ਹਾਰ ਕੇ ਗੋਡਿਆਂ ਪਰਨੇ ਹੋ ਕੇ ਸੁਲ੍ਹਾ ਅਮਨ ਦੇ ਫਾਇਦੇ ਭਾਰਤ ਨਾਲ ਸਾਂਝੇ ਕਰ ਰਿਹਾ ਸੀ। ਈਰਾਨ ਇਰਾਕ ਦੀਆਂ ਲੜਾਈਆਂ ਅਤੇ ਇਜ਼ਰਾਈਲ ਮਿਸਰ ਦੀਆਂ ਲੜਾਈਆਂ ਵਿੱਚ ਆਪਸੀ ਨੁਕਸਾਨ ਨੂੰ ਝੂਠ ਦੇ ਛੱਜੀ ਖੂਬ ਛੱਟਿਆ। ਲੋਹਗੜ੍ਹ ਦੀ ਲੜਾਈ ਵੇਲੇ ਵੀ ਇਨਸਾਨੀ ਫਿਤਰਤ ਇੰਜ ਹੀ ਕੰਮ ਕਰ ਰਹੀ ਸੀ। ਸਿੱਖਾਂ ਦਾ ਨੁਕਸਾਨ ਵੀ ਲੜਾਈ ਵਿੱਚ ਹੋਇਆ। 1500 ਸਿੱਖ ਮੈਦਾਨ ਵਿੱਚ ਰਹੇ, 2 ਵੱਡੇ ਸਰਦਾਰ ਮਾਰੇ ਗਏ। ਦੂਜੇ ਪਾਸੇ ਜਾਨੀ ਨੁਕਸਾਨ ਦੀ ਗਿਣਤੀ ਦੇਣੋਂ ਕਾਫੀ ਖਾਂ ਨੇ ਸੰਕੋਚ ਕੀਤਾ ਹੈ, ਪਰ ਫਿਰ ਵੀ ਉਸ ਦੇ ਸ਼ਬਦਾਂ ਤੋਂ ਬਹੁਤ ਕੁਝ ਮਾਲੂਮ ਹੁੰਦਾ ਹੈ। ਸਰਕਾਰਾਂ ਆਪਣਾ ਨੁਕਸਾਨ ਹੋਇਆ ਨਹੀਂ ਦੱਸ ਸਕਦੀਆਂ। ਹਮੇਸ਼ਾ ਦੁਸ਼ਮਣ ਦਾ ਨੁਕਸਾਨ ਬਹੁਤ ਵਧਾ ਚੜ੍ਹਾ ਕੇ ਦੱਸਿਆ ਜਾਂਦਾ ਹੈ। ਆਪਣੇ ਅਸਲ ਨੁਕਸਾਨ ਦਾ ਵੇਰਵਾ ਦਿੰਦਿਆਂ ਹੀਣਤਾ ਆਉਂਦੀ ਹੈ। ਰਿਆਇਆਂ ਦੀਆਂ ਅੱਖਾਂ ਵਿੱਚ ਜਾਹੋ ਜਲਾਲ ਫਿੱਕਾ ਪੈਂਦਾ ਹੈ, ਰੋਹਬ ਅਤੇ ਦਬਾਅ ਘਟਦਾ ਹੈ। ਦੁਸ਼ਮਣ ਦੇ ਨੁਕਸਾਨ ਨੂੰ ਕਈ ਗੁਣਾ ਦੱਸਿਆ ਉਤਲੀਆਂ ਸਾਰੀਆਂ ਚੀਜ਼ਾਂ ਵੱਧਦੀਆਂ ਹਨ। ਲੋਕਾਂ ਕੋਲ ਇੰਨੇ ਵਸੀਲੇ ਕਿੱਥੋਂ ਕਿ ਹਕੀਕਤ ਨੂੰ ਜਾ ਕੇ ਵੇਖ ਸਕਣ ਜਾਂ ਪਿੱਛੋਂ ਉਸਦੀ ਘੋਖ ਪੜਤਾਲ ਕਰ ਸਕਣ, ਪਰ ਫਿਰ ਵੀ ਸਮਾਂ ਪਾ ਕੇ ਸੱਚਾਈ ਲੇਪਾ ਪੋਚੀ ਦੇ ਪਾਏ ਪਰਦੇ ਪਾੜ ਕੇ ਬਾਹਰ ਆ ਜਾਂਦੀ ਹੈ। ਜੋ ਕਸਰ ਰਹਿ ਜਾਵੇ ਨਿਰਪੱਖ ਅਤੇ ਚਤੁਰ ਇਤਿਹਾਸਕਾਰ ਘੋਖ ਕੇ ਕੱਢ ਲੈਂਦੇ ਹਨ। ਅੰਤ ਅਗਲਿਆਂ ਪਤਾ ਲਾ ਹੀ ਲਿਆ ਕਿ ਫੌਜਦਾਰ ਵੀ ਮਾਰੇ ਗਏ ਸਨ। ਦਸੰਬਰ ਦਾ ਮਹੀਨਾ ਸੀ। 4 ਦਿਨ ਖੂਬ ਬਾਰਿਸ਼ ਹੋਈ। ਪਹਾੜ ਦਾ ਲਾਗਾ ਬਹੁਤ ਠੰਡਾ ਸੀ। ਹਜ਼ਾਰਾਂ ਸੈਨਿਕ ਬਿਮਾਰ ਪੈ ਗਏ। ਬੇਸ਼ੁਮਾਰ ਘੋੜੇ, ਖੱਚਰਾਂ ਅਤੇ ਊਠ ਮਾਰੇ ਗਏ। ਥਾਂ ਥਾਂ ਪਈਆਂ ਲਾਸ਼ਾਂ ਗਲ ਸੜ ਰਹੀਆਂ ਸਨ। ਇੰਨੀ ਬਦਬੂ ਫੈਲ ਗਈ ਕਿ ਨੱਕ ਨਾ ਦਿੱਤਾ ਜਾਵੇ। ਬੰਦਿਆਂ ਦਾ ਇੱਥੇ ਟਿਕੇ ਰਹਿਣਾ ਬਹੁਤ ਔਖਾ ਸੀ। ਇਸ ਮੁਸੀਬਤ ਦੇ ਮੂੰਹ ਆਈਆਂ ਸ਼ਾਹੀ ਫੌਜਾਂ ਬਿਲਬਲਾ ਉੱਠੀਆਂ। ਇਹ ਨਰਕ ਵਰਗੀ ਮੁਸੀਬਤ ਭੋਗਦੀ ਹੋਈ ਸੈਨਾ ਕਹਿੰਦੀ ਸੀ ਕਿ ਇਹ ਅਜ਼ਾਬ ਬੰਦਾ ਸਿੰਘ ਨੇ ਹੀ ਆਪਣੀ ਸ਼ਕਤੀ ਅਤੇ ਕਰਾਮਾਤ ਨਾਲ ਸਾਡੇ ਸਿਰ ਸੁੱਟਿਆ ਹੈ। ਰੁਸਤਮ ਦਿਲ ਖਾਂ ਪਹਿਲੇ ਦਿਨ ਬੜੀ ਮੁਸ਼ਕਿਲ ਨਾਲ ਪਈ ਭਗਦੜ ਨੂੰ ਸੰਭਾਲ ਸਕਿਆ। ਇਹ ਰਾਤ ਮੁਗਲਾਂ ਨੇ ਅੱਗ ਬਾਲ ਕੇ ਕੱਟੀ ਅਤੇ ਉੱਚੀ ਉੱਚੀ ਇੱਕ ਦੂਜੇ ਨੂੰ ਕੂਕਾਂ ਮਾਰਦੇ ਰਹੇ, ਜਿਸ ਨਾਲ ਆਪਸੀ ਦਿਲਾਂ ਨੂੰ ਢਾਰਸ ਮਿਲਦੀ ਰਹੀ। ਅਤੇ ਜੇ ਸਿੱਖ ਰਾਤ ਨੂੰ ਸ਼ਬ ਖੂਨ ਮਾਰਨ ਤਾਂ ਭਗਦੜ ਨਾ ਮੱਚੇ। ਜੰਗ ਸਮੇਂ ਅੱਲਾ ਮੀਆਂ ਆਪਣੇ ਮੋਮਨਾਂ ਦੀ ਕਿਵੇਂ ਗੈਬੀ ਤੌਰ ਤੇ ਫਰਿਸ਼ਤਿਆਂ ਰਾਹੀਂ ਸਹਾਇਤਾ ਕਰਦਾ ਹੈ। ਦੇ ਲਾਰੇ ਲਾ ਲਾ ਗਾਜ਼ੀਆਂ ਦੇ ਦਿਲ ਵਧਾਉਣ ਲਈ ਮੋਮਣੇ ਵੀ ਹਨੇਰੇ ਵਿੱਚ ਅੱਗੇ ਨਾ ਆਏ। ਹਰ ਕੋਈ ਇਹੋ ਸਮਝਦਾ ਸੀ ਕਿ ਹਨੇਰੇ ਦਾ ਲਾਭ ਲੈ ਕੇ ਨਜ਼ਦੀਕ ਢੁਕੇ ਸਿੱਖ ਦੀ ਗੋਲੀ ਜਾਂ ਨੇਜਾ ਮੇਰੀ ਹਿੱਕ ਵਿੱਚ ਆਇਆ ਕੀ ਆਇਆ। ਮਾੜੀ ਜਿਹੀ ਸਰਸਰਾਹਟ ਨੇ ਕਈਆਂ ਦੇ ਦਿਲ ਕੱਢ ਛੱਡੇ। ਰਾਤ ਭਰ ਕਿਸੇ ਨੇ ਅੱਖਾਂ ਨਾ ਝਮਕੀਆਂ। ਰੁਸਤਮ ਦਿਲ ਖਾਂ ਦੀ ਸਹਾਇਤਾ ਲਈ ਬਾਦਸ਼ਾਹ ਨੇ ਇੱਕ ਹੋਰ ਤਕੜੀ ਫੌਜ ਆਪਣੇ ਪੁੱਤ ਸ਼ਹਿਜ਼ਾਦਾ ਰਫੀ ਉਸ਼ਾਨ ਦੀ ਸਰਦਾਰੀ ਵਿੱਚ ਰਵਾਨਾ ਕੀਤੀ। ਤਜ਼ਕਰਾ ਉਲ ਸੁਲਾਤੀਨ ਚੁਗਤੀਆ ਦਾ ਕਰਤਾ ਕਾਮਵਾਰ ਖਾਂ, ਜੋ ਇੱਕ ਫੌਜੀ ਟੁਕੜੀ ਵਿੱਚ ਸ਼ਾਮਿਲ ਸੀ, ਅੱਖੀਂ ਡਿੱਠਾ ਹਾਲ ਇਸ ਪ੍ਰਕਾਰ ਲਿਖਦਾ ਹੈ। ਇਹ ਨਾ ਚੀਜ਼ ਬੰਦਾ ਉਸ ਸਮੇਂ ਸ਼ਹਿਜ਼ਾਦਾ
ਰਫੀ ਉਸ਼ਾਨ ਦੀ ਫੌਜ ਵਿੱਚ ਸ਼ਾਮਿਲ ਸੀ ਅਤੇ ਮੈਂ ਆਪਣੀ ਅੱਖੀਂ ਤੱਕਿਆ ਸੀ ਕਿ ਕਿਵੇਂ ਇੱਕ ਮਰਦੂਦ ਸਿੱਖ ਆਪਣੇ ਮੋਰਚੇ ਚੋਂ ਬਾਹਰ ਨਿਕਲ ਆਇਆ ਅਤੇ ਸ਼ਾਹੀ ਫੌਜ ਨੂੰ ਵਗਾਰਨ ਲੱਗ ਪਿਆ। ਬੜੀ ਸਖਤ ਦੁਵੱਲੀ ਤਲਵਾਰ ਚੱਲੀ, ਬੜਾ ਵੱਡਾ ਮਾਰਕਾ ਪੇਸ਼ ਆਇਆ। ਸਿੱਖ ਜੀ ਤੋੜ ਕੇ ਲੜਿਆ ਅਤੇ ਗਾਜੀਆਂ ਦੀਆਂ ਤਲਵਾਰਾਂ ਕੱਟ ਕੇ ਧਰ ਦਿੱਤਾ। ਬਾਦਸ਼ਾਹ ਆਪਣੀ ਫੌਜ ਦੀ ਨਿੱਕੀ ਜਿਹੀ ਜਿੱਤ ਸੁਣ ਕੇ ਬੜਾ ਹੀ ਪ੍ਰਸੰਨ ਹੋਇਆ। ਰੁਸਤਮ ਦਿਲ ਖਾਨ ਨੂੰ 4 ਹਜ਼ਾਰੀ ਦਾ ਮਨਸਬ ਬਖਸ਼ਿਆ ਅਤੇ 3000 ਸਵਾਰ ਉਸਦੇ ਅਧੀਨ ਕੀਤੇ ਗਏ। ਇਸ ਦੇ ਨਾਲ ਹੀ ਉਸ ਨੂੰ ਗਾਜੀ ਖਾਂ ਰੁਸਤਮ-ਏ ਜੰਗ ਦਾ ਖਿਤਾਬ ਬਖਸ਼ਿਆ ਗਿਆ। ਰੁਸਤਮ ਦਿਲ ਖਾਂ ਦਾ ਕੁਝ ਹੌਸਲਾ ਵਧਿਆ, ਨਾਲ ਸੱਜਰ ਸ਼ਾਹ ਫੌਜ ਦਾ ਤਕੜਾ ਹਿੱਸਾ ਸੀ। ਹੋਰ ਅੱਗੇ ਵਧਣ ਦਾ ਹੁਕਮ ਹੋਇਆ। ਰੁਸਤਮ ਦਿਲ ਖਾਂ ਹੁਣ ਬੜੀ ਇਤਿਹਾਤ ਨਾਲ 2 ਕੁ ਕੋਹ ਅੱਗੇ ਵਧਿਆ ਅਤੇ ਫਿਰ ਸੋਮ ਨਦੀ ਦੇ ਕੰਢੇ ਤੱਕ ਜਾ ਅੱਪੜਿਆ। ਇਸ ਕੰਢੇ ਤੋਂ ਲੋਹਗੜ੍ਹ ਦਾ ਕਿਲ੍ਹਾ ਸਾਫ਼ ਦਿਖਾਈ ਦਿੰਦਾ ਸੀ। ਇਹ ਕਿਲ੍ਹਾ ਕੋਈ ਬਹੁਤ ਵੱਡੀ ਇਮਾਰਤ ਨਹੀਂ ਸੀ, ਪਹਾੜ ਦੀ ਇੱਕ ਚੋਟੀ ਤੇ ਬਣਿਆ ਹੋਇਆ ਸੀ। ਸੋਮ ਨਦੀ ਇੱਕ ਬਹੁਤ ਹੀ ਚੌੜਾ ਬਰਸਾਤੀ ਨਾਲਾ ਹੈ ਜੋ ਸਾਲ ਦਾ ਬਹੁਤਾ ਹਿੱਸਾ ਸੁੱਕਾ ਰਹਿੰਦਾ ਹੈ ਅਤੇ ਬਰਸਾਤ ਵਿੱਚ ਜਾਂ ਦੂਜੇ ਮੌਸਮ ਵਿੱਚ ਜਦੋਂ ਵਰਖਾ ਹੋ ਜਾਵੇ ਤਦ ਬੜੇ ਜ਼ੋਰ ਨਾਲ ਚੱਲਦਾ ਹੈ। ਇਹ ਨਦੀ ਸ਼ਾਹੀ ਲਸ਼ਕਰ ਵਾਸਤੇ ਕੋਈ ਰੋਕ ਨਹੀਂ ਸੀ, ਰੋਕ ਸਿਰਫ ਬੰਦਾ ਸਿੰਘ ਬਹਾਦਰ ਦਾ ਖੌਫ ਸੀ। ਸੋਮ ਨਦੀ ਅਤੇ ਲੋਹਗੜ੍ਹ ਕਿਲ੍ਹੇ ਦੇ ਵਿਚਕਾਰ ਬੜਾ ਸੰਘਣਾ ਜੰਗਲ ਸੀ। ਰਾਤ ਦੇ ਸਮੇਂ ਇਸ ਜੰਗਲ 'ਚੋਂ ਬੜੀਆਂ ਭੈਭੀਤ ਕਰਨ ਵਾਲੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਸਨ। ਕਿਸੇ ਦਾ ਹੌਸਲਾ ਨਹੀਂ ਸੀ ਪੈਂਦਾ ਕਿ ਦਿਨੇ ਵੀ ਇਕੱਲਾ ਦੁਕੱਲਾ ਦੂਜੇ ਕੰਢੇ ਵੱਲ ਜਾਣ ਦੀ ਸੋਚ ਕਰੇ। ਬਾਦਸ਼ਾਹ ਦਾ ਕੰਪੂ ਸਢੋਰਿਓਂ ਚੱਲ ਕੇ 9 ਦਸੰਬਰ 1710 ਨੂੰ ਸੋਮ ਨਦੀ ਦੇ ਸੱਜੇ ਕੰਢੇ ਭਾਵ ਦੱਖਣੀ ਕੰਢੇ ਲਾਗੇ ਪੁੱਜਾ। ਸ਼ਾਹੀ ਕੰਪੂ ਦੀ ਹਿਫਾਜ਼ਤ ਦੀ ਜ਼ਿੰਮੇਦਾਰੀ ਮੁਨੀਮ ਖਾਂ ਅਤੇ ਉਸਦੇ ਪੁੱਤਰ ਮਹਾਬਤ ਖਾਂ ਨੂੰ ਸੌਂਪੀ ਗਈ। ਬੁੱਢਾ ਬਾਦਸ਼ਾਹ ਸਾਹਮਣੇ ਕਿਲ੍ਹੇ ਵਿੱਚ ਬੈਠੇ ਬੰਦਾ ਸਿੰਘ ਅਤੇ ਉਸ ਦੀ ਮੋਰਚਾਬੰਦੀ ਨੂੰ ਤੱਕ ਕੇ ਝੁੰਝਲਾ ਰਿਹਾ ਸੀ, ਪਰ ਅਜੇ ਪੇਸ਼ ਕੋਈ ਨਹੀਂ ਸੀ ਜਾ ਰਹੀ। ਅਗਲੇ ਦਿਨ 10 ਦਸੰਬਰ ਨੂੰ ਬਾਦਸ਼ਾਹ ਦੇ ਹੁਕਮ ਨਾਲ 60,000 ਚੋਣਵੀਂ ਜਰਾਰ ਫੌਜ ਸਫਬੰਦੀ ਦੀ ਤਰਤੀਬ ਵਿੱਚ ਮੁਖਲਿਸਗੜ੍ਹ ਨੂੰ ਚੁਫੇਰਿਓਂ ਘੇਰਨ ਲਈ ਅੱਗੇ ਵਧੀ। ਵਜ਼ੀਰ ਮੁਨੀਮ ਖਾਂ ਉਸਦਾ ਪੁੱਤਰ ਮਹਾਬਤ ਖਾਂ ਚਤੁਰ ਸਾਲ ਬੰਦੇਲਾ ਦੇ ਮਾਤਹਿਤ ਸੱਜੇ ਹੱਥ ਵਾਲੀ ਫੌਜ ਸੀ। ਉਦੈਂਤ ਖਾਂ ਬੰਦੇਲਾ ਅਤੇ ਚੂੜਾਮਿਣ ਜਾਟ ਦੀ ਕਮਾਨ ਥੱਲੇ ਖੱਬੇ ਬਾਜੂ ਦੀ ਸੈਨਾ ਸੀ। ਐਨ ਕਿਲ੍ਹੇ ਨੂੰ ਸਾਹਮਣੀ ਅਤੇ ਮਰਕਜ਼ ਵਾਲੀ ਫੌਜ ਦਾ ਮੁਖੀ ਰੁਸਤਮ ਦਿਲ ਖਾਂ ਆਪ ਸੀ। ਸਿੱਖਾਂ ਨੇ ਆਪਣੇ ਵੱਲ ਆਉਂਦੀ ਹੋਈ ਫੌਜ ਨੂੰ ਬੜੇ ਠਰੰਮੇ ਨਾਲ ਵੇਖਿਆ ਅਤੇ ਐਸੀ ਕੋਈ ਹਰਕਤ ਨਹੀਂ ਕੀਤੀ ਜਿਸ ਨਾਲ ਦੁਸ਼ਮਣ ਨੂੰ ਉਹਨਾਂ ਦੀਆਂ ਪੋਜੀਸ਼ਨਾਂ ਦਾ ਪਤਾ ਲੱਗ ਸਕੇ। ਜਦ ਫੌਜ ਸਿੱਖਾਂ ਦੀਆਂ ਤੋਪਾਂ ਦੀ ਮਾਰ ਥੱਲੇ ਆ ਗਈ ਤਾਂ ਉਹਨਾਂ ਤੋਪਾਂ ਦਾਗੀਆਂ ਅਤੇ ਵੱਧ ਰਹੀ ਫੌਜ ਉੱਤੇ ਅੱਗਾਂ ਵਰਨੀਆਂ ਸ਼ੁਰੂ ਹੋ ਗਈਆਂ। ਸ਼ਾਹੀ ਫੌਜ ਆਪਣਾ ਕਾਫੀ ਨੁਕਸਾਨ ਕਰਵਾ ਕੇ ਅੱਗੇ ਵੱਧਦੀ ਗਈ ਅਤੇ ਪਹਾੜਾਂ ਦੇ ਪੈਰਾਂ ਵਿੱਚ ਬਣੇ ਮੋਰਚਿਆਂ ਵਿੱਚ ਦਾਖਲ ਹੋ ਗਈ। ਮੋਰਚਿਆਂ 'ਚੋਂ ਵੈਰੀ ਨੂੰ ਪਿਛਾਂਹ ਧੱਕਣ ਲਈ ਸਿੰਘ ਜੀ ਤੋੜ ਕੇ ਲੜੇ। ਮੋਰਚੇ ਲਾਸ਼ਾਂ ਨਾਲ ਅੱਟ ਗਏ, ਪਰ ਬੇਬਹਾ ਗਿਣਤੀ ਦੇ ਸਾਹਮਣੇ ਸਿੱਖਾਂ ਦੀ ਕੋਈ ਪੇਸ਼ ਨਾ ਗਈ। ਉਹਨਾਂ ਦੇ ਪੈਰ ਉਖੜ ਗਏ। ਹੇਠਲੇ ਮੋਰਚੇ ਛੱਡ ਕੇ ਉਤਲੇ ਮੋਰਚਿਆਂ ਵਿੱਚ ਹੋ ਬੈਠੇ ਅਤੇ ਕਾਫੀ ਦੇਰ ਤੱਕ ਫੌਜ ਨੂੰ ਰੋਕੀ ਰੱਖਿਆ, ਜੋ ਅੱਗੇ ਵੱਧਦਾ ਜਾਣ ਤੋਂ ਹੱਥ ਧੋ ਲੈਂਦਾ। ਪਰ ਗੱਲ ਫਿਰ ਉਹ ਲਾਤਦਾਦ ਗਿਣਤੀ ਵਾਲੀ। ਸ਼ਾਹੀ ਸੈਨਾ ਦਾ ਕੱਸ ਪੈ ਗਿਆ ਅਤੇ ਜੋ ਸਿੰਘ ਬਚੇ ਉਤਾਂਹ ਪਹਾੜੀ ਤੇ ਜਾ ਚੜ੍ਹੇ। ਖਾਫੀ ਖਾਂ ਦੱਸਦਾ ਕਿ ਮੁਸਲਮਾਨ ਵੀ ਬੜੀ ਵੱਡੀ ਗਿਣਤੀ ਵਿੱਚ ਮਾਰੇ ਗਏ। ਬਾਦਸ਼ਾਹ ਨੇ ਜਦ ਸੁਣਿਆ ਕਿ ਕਿਸੇ ਹੱਦ ਤੱਕ ਕਾਮਯਾਬੀ ਤਾਂ ਹੋਈ ਹੈ, ਪਰ ਹੈਦਰੀ ਝੰਡਾ ਅਜੇ ਕਿਲ੍ਹੇ ਤੇ ਨਹੀਂ ਝੂਲ ਸਕਿਆ। ਬੰਦਾ ਸਿੰਘ ਅਜੇ ਵੀ ਕਿਲ੍ਹੇ ਵਿੱਚ ਬੈਠਾ ਸਾਰੇ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਵੰਗਾਰ ਰਿਹਾ ਹੈ। ਸਾਰੇ ਕੈਂਪ ਵਿੱਚ ਇਹ ਬੜੇ ਵੱਡੇ ਮਾਤਮ ਦੀ ਰਾਤ ਸੀ। ਜਿਵੇਂ ਪਹਿਲਾਂ ਵੀ ਦੱਸਿਆ ਹੈ, ਲੋਹਗੜ੍ਹ ਦਾ ਕਿਲ੍ਹਾ ਤਾਂ ਇੱਕ ਨਾਮ ਧਰੀਕ ਹੀ ਛੋਟੀ ਜਿਹੀ ਗੜੀ ਵਰਗੀ ਇਮਾਰਤ ਸੀ। ਸ਼ਾਹਜਹਾਨ ਦੇ ਇੱਕ ਮੁਖਲਿਸ ਖਾਂ ਨੇ ਪਾਤਸ਼ਾਹ ਦੀ ਤਫਰੀਹ ਅਤੇ ਸ਼ੈਰੋ ਸ਼ਿਕਾਰ ਲਈ ਇਹ ਨਿਵੇਕਲੀ ਥਾਂ ਤੇ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਸੀ ਇਹ ਇਮਾਰਤ ਬਣਵਾਈ ਸੀ।
ਸ਼ਾਹਜਹਾਂ ਸਾਲ ਵਿੱਚ ਇੱਕ ਅੱਧੀ ਵਾਰ ਇੱਥੇ ਆ ਕੇ ਠਹਿਰਦਾ ਅਤੇ ਫਿਰ ਵਾਪਸ ਦਿੱਲੀ ਚਲਿਆ ਜਾਂਦਾ। ਮੁਖਲਿਸ ਖਾਂ ਦੀ ਸੇਵਾ ਦੀ ਯਾਦ ਵਿੱਚ ਇਸ ਦਾ ਨਾਮ ਮੁਖਲਿਸਗੜ੍ਹ ਰੱਖ ਦਿੱਤਾ ਗਿਆ ਸੀ। ਬੰਦਾ ਸਿੰਘ ਨੇ ਜਦ ਇਸ ਥਾਂ ਨੂੰ ਆਪਣੀ ਰਾਜਧਾਨੀ ਲਈ ਚੁਣਿਆ ਤਾਂ ਪਹਿਲਾਂ ਨਾਮ ਬਦਲ ਕੇ ਇਸ ਦਾ ਨਾਮ ਲੋਹਗੜ੍ਹ ਰੱਖ ਦਿੱਤਾ। ਯਾਦ ਰਹੇ ਕਿ ਇਸ ਵੇਲੇ ਉੱਥੇ ਕਿਲੇ ਨਾਮ ਦੀ ਕੋਈ ਸ਼ੈ ਮੌਜੂਦ ਨਹੀਂ, ਸਭ ਕੁਝ ਸਫਨ ਸਾਫ਼ ਹੋ ਚੁੱਕਿਆ ਹੈ। ਇਸ ਨਿੱਕੀ ਜਿਹੀ ਗੜੀ ਵਿੱਚ ਬੰਦਾ ਸਿੰਘ ਬਹੁਤਾ ਰਸਦ, ਪੱਠਾ ਅਤੇ ਹੋਰ ਜੰਗੀ ਸਮਾਨ ਨਹੀਂ ਸੀ ਜਮ੍ਹਾਂ ਕਰ ਸਕਦਾ। ਜਮ੍ਹਾਂ ਕਰਨ ਲਈ ਇੰਨੀ ਇੱਥੇ ਥਾਂ ਨਹੀਂ ਸੀ। ਖਾਫੀ ਖਾਂ ਲਿਖਦਾ ਹੈ, ਸ਼ਾਹੀ ਫੌਜ ਨੂੰ ਰਸਦ ਪੱਠਾ ਲਿਆ ਕੇ ਦੇਣ ਵਾਲੇ ਠੇਕੇਦਾਰਾਂ ਪਾਸੋਂ ਜਿੰਨਾ ਹੋ ਸਕਿਆ ਸਿੱਖਾਂ ਨੇ ਚੋਰੀ ਛਿਪੀ ਖਰੀਦ ਲਿਆ ਅਤੇ ਰੱਸਿਆਂ ਨਾਲ ਖਿੱਚ ਕੇ ਕਿਲੇ ਅੰਦਰ ਲੈ ਗਏ। ਭੁੱਖ ਇਨਸਾਨ ਦੀ ਸਭ ਤੋਂ ਵੱਡੀ ਕਮਜ਼ੋਰੀ ਹੈ। ਵੱਡੇ ਭਗਤ ਵੀ ਭੁੱਖੋਂ ਆਤੁਰ ਹੋ ਕੇ ਮਾਲਾ ਪਰਾਂ ਭੁਆ ਮਾਰਦੇ ਅਤੇ ਰੱਬ ਨੂੰ ਨਿਹੋਰੇ ਤਾਨੇ ਦੇਣ ਲੱਗ ਪੈਂਦੇ ਹਨ। ਇਸ ਮੁਸੀਬਤ ਦਾ ਬੰਦਾ ਸਿੰਘ ਪਾਸ ਵੀ ਕੋਈ ਤੋੜ ਨਹੀਂ ਸੀ। ਫੈਸਲਾ ਹੋਇਆ ਕਿ ਬੰਦਾ ਸਿੰਘ 10-11 ਦਸੰਬਰ ਦੀ ਦਰਮਿਆਨੀ ਰਾਤ ਬਚ ਕੇ ਨਿਕਲ ਜਾਵੇ ਅਤੇ ਫਿਰ ਨਵੇਂ ਸਿਰਿਓਂ ਸਿੰਘਾਂ ਨੂੰ ਇਕੱਠਾ ਕਰਕੇ ਸਰਕਾਰ ਨੂੰ ਅਗਲੀ ਕਰਾਰੀ ਸੱਟ ਮਾਰੇ। ਇਸ ਵੇਲੇ ਬੰਦਾ ਸਿੰਘ ਦਿਆਂ ਸਿੰਘਾਂ ਵਿੱਚ ਇੱਕ ਗੁਲਾਬ ਸਿੰਘ ਨਾਮੇ ਸਿੱਖ ਸੀ, ਜੋ ਸਿੰਘ ਸਜਣ ਤੋਂ ਪਹਿਲਾਂ ਬਕਾਲ ਦਾ ਕੰਮ ਕਰਦਾ ਸੀ। ਇਸ ਦੀ ਸ਼ਕਲ ਸੂਰਤ ਬੰਦਾ ਸਿੰਘ ਨਾਲ ਬਹੁਤ ਜ਼ਿਆਦਾ ਮਿਲਦੀ ਸੀ। ਉਸਨੇ ਆਪਣੇ ਆਪ ਨੂੰ ਕੁਰਬਾਨੀ ਲਈ ਪੇਸ਼ ਕੀਤਾ। ਬੰਦਾ ਸਿੰਘ ਵਾਲੇ ਕੱਪੜੇ ਪਾ ਕੇ ਉਸਦੇ ਆਸਣ ਤੇ ਬੈਠ ਗਿਆ। 10 ਦਸੰਬਰ 1710 ਈਸਵੀ ਦੀ ਰਾਤ ਨੂੰ ਸਿੰਘਾਂ ਨੇ ਇੱਕ ਇਮਲੀ ਦੇ ਸੁੱਕੇ ਹੋਏ ਰੁੱਖ ਦੇ ਵੱਡੇ ਸਾਰੇ ਤਣੇ ਵਿੱਚ ਬਹੁਤ ਸਾਰਾ ਬਰੂਦ ਭਰ ਦਿੱਤਾ। ਇਹ ਖਾਲੀ ਤਣਾ ਕਿਲੇ ਤੋਂ ਬਾਹਰ ਵਾਹਵਾ ਥੱਲੇ ਪਹਾੜੀ ਦੀ ਵੱਖੀ ਦੇ ਨਾਲ ਪਿਆ ਹੋਇਆ ਸੀ। ਕਿਲੇ ਅੰਦਰਲੀਆਂ ਤੋਪਾਂ ਨੂੰ ਵੀ ਭਰ ਕੇ ਤਿਆਰ ਕਰ ਲਿਆ ਗਿਆ ਤਾਂ ਕਿ ਇੱਕੋ ਵਾਰ ਹੀ ਦਾਗੀਆਂ ਜਾਣ। ਜਦ 11 ਦਸੰਬਰ 3 ਵਜੇ ਸਵੇਰੇ ਬਰੂਦ ਨੂੰ ਪਲੀਤਾ ਦਿੱਤਾ ਗਿਆ ਤਾਂ ਉਸ ਦਰਖਤ ਦੇ ਪਰਖੱਜੇ ਉੱਡ ਗਏ। ਪਹਾੜਾਂ ਨੂੰ ਕੰਬਾ ਦੇਣ ਵਾਲਾ ਖੜਾਕ ਹੋਇਆ। ਫਿਰ ਨਾਲ ਹੀ ਕਿਲੇ ਵਾਲੀਆਂ ਤੋਪਾਂ ਦਾਗੀਆਂ ਅਤੇ ਧੜ-ਧੜ ਦੀ ਆਵਾਜ਼ ਨੇ ਪਹਾੜ ਹਿਲਾ ਦਿੱਤੇ ਅਤੇ ਆਕਾਸ਼ ਗੂੰਜ ਉੱਠਿਆ। ਹੇਠਾਂ ਸ਼ਾਹੀ ਸੈਨਾ ਨੇ ਸਮਝਿਆ ਕਿ ਸ਼ਾਇਦ ਬੰਦਾ ਸਿੰਘ ਨੇ ਆਪਣੀ ਕਰਾਮਾਤ ਨਾਲ ਪਹਾੜ ਹੀ ਉਹਨਾਂ ਦੇ ਸਿਰ ਤੇ ਉਖੇੜ ਕੇ ਸੁੱਟ ਦਿੱਤਾ ਹੈ। ਮੁਗਲ ਕੰਪੂ ਵਿੱਚ ਅਫਰਾ ਤਫਰੀ ਮਚ ਗਈ। ਸਾਰੇ ਪੈਰਾਂ ਤੋਂ ਹਿੱਲ ਗਏ। ਕੋਈ ਕਿਸ ਪਾਸ ਨੱਠ ਤੁਰਿਆ। ਹਰ ਕੋਈ ਸਮਝੇ ਕਿ ਮੈਨੂੰ ਅੱਲਾ ਨੇ ਬਚਾ ਲਿਆ ਹੈ। ਦੂਸਰਾ ਪਹਾੜ ਡਿੱਗਣ ਤੋਂ ਪਹਿਲਾਂ ਹਰ ਕੋਈ ਦੂਰ ਹਟ ਜਾਣਾ ਚਾਹੁੰਦਾ ਸੀ। ਬੜੇ ਵੱਡੇ ਧਮਾਕੇ ਸਨ। ਥੱਲੇ ਲੋਕਾਂ ਦੇ ਦਿਲ ਵੱਸ ਵਿੱਚ ਨਹੀਂ ਆ ਰਹੇ ਸਨ। ਇਸ ਭਗਦੜ ਅਤੇ ਪਰੇਸ਼ਾਨੀ ਦਾ ਫਾਇਦਾ ਉਠਾ ਕੇ ਬੰਦਾ ਸਿੰਘ ਆਪਣੇ ਕੁਝ ਸਾਥੀਆਂ ਨਾਲ ਨਾਹਰ ਦੀਆਂ ਪਹਾੜੀਆਂ ਵਿੱਚ ਗਾਇਬ ਹੋ ਗਿਆ ਸੀ। ਬੰਦਾ ਸਿੰਘ ਸਿਰਮੌਰ ਰਿਆਸਤ ਵਿੱਚ ਆ ਗਿਆ। ਇੱਥੇ ਰੁਕਿਆ ਨਹੀਂ। ਸਿਰਮੌਰੋਂ ਸਿੱਧਾ ਤੁਰਿਆ ਅਤੇ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਖੱਬਿਓਂ ਵੱਖੀ ਚੱਲਦਾ ਹੋਇਆ ਹਿਡੋਰੋਂ ਲੰਘਦਾ ਕਹਿਲੂਰ, ਕੁਟਲਹਿਰ, ਜਸਵਾਨ, ਸਿੰਬਾ ਹੁੰਦਾ ਹੋਇਆ ਚੰਬੇ ਆਣ ਪੜਾ ਕੀਤਾ। ਸ਼ਾਹੀ ਫੌਜ ਨੂੰ ਬੜੀ ਦੇਰ ਬਾਅਦ ਸੋਝੀ ਆਈ ਕਿ ਬੰਦਾ ਸਿੰਘ ਉਹਨਾਂ ਉੱਤੇ ਕਿਸ ਕਿਸਮ ਦਾ ਪਹਾੜ ਸੁੱਟ ਗਿਆ ਸੀ। ਐਡੇ ਵੱਡੇ ਪੱਕੇ ਪੀਡੇ ਘੇਰੇ ਚੋਂ ਨਿਕਲ ਜਾਣਾ ਬੰਦਾ ਸਿੰਘ ਬਹਾਦਰ ਦੀ ਬੜੀ ਵੱਡੀ ਜਿੱਤ ਸੀ। ਸ਼ਾਇਦ ਇਹੋ ਨਾਕਾਮਯਾਬੀ ਬਾਦਸ਼ਾਹ ਦੇ ਪਾਗਲ ਹੋ ਜਾਣ ਦੇ ਕਾਰਨਾਂ ਵਿੱਚੋਂ ਇੱਕ ਵੱਡਾ ਕਾਰਨ ਬਣੀ। ਸ਼ਾਹੀ ਫੌਜ ਦਾ ਲੋਹਗੜ੍ਹ ਤੇ ਕਬਜ਼ਾ। ਗੈਰ ਮੁਸਲਮਾਨ ਲਿਖਾਰੀ ਇਸ ਬਾਰੇ ਕੁਝ ਦਲੀਲਾਂ ਕਾਇਮ ਕਰਦੇ ਹਨ ਜੋ ਮੌਕੇ ਦੇ ਗਵਾਹਾਂ ਵੱਲੋਂ ਨਾ ਹੋਣ ਕਰਕੇ ਮਨ ਵਿੱਚ ਖੁੱਭਦੀਆਂ ਨਹੀਂ। ਮੁਸਲਮਾਨ ਇਤਿਹਾਸਕਾਰ, ਜਿਨ੍ਹਾਂ ਵਿੱਚੋਂ ਕੁਝ ਸਮਕਾਲੀ ਹਨ ਅਤੇ ਘੇਰੇ ਸਮੇਂ ਫੌਜ ਵਿੱਚ ਸ਼ਾਮਿਲ ਸਨ, ਵੀ ਬੰਦਾ ਸਿੰਘ ਦੇ ਬਚ ਕੇ ਨਿਕਲ ਜਾਣ ਬਾਰੇ ਵੱਖ-ਵੱਖ ਕਹਾਣੀ ਦੱਸਦੇ ਹਨ। ਖਾਫੀ ਖਾਂ ਦੀ ਮੁਨਤਖਬੁਲ ਲਬਾਬ ਵਿੱਚ ਲਿਖਦਾ ਹੈ ਕਿ ਇੱਕ ਦਿਨ ਬੰਦੇ ਨੇ ਦਿਨ ਦੀਵੀ ਹੀ ਕਿਲਾ ਘੇਰੀ ਖਲੋਤੀ ਫੌਜ ਦੀ ਇੱਕ ਕਮਜ਼ੋਰ ਬਾਹੀ ਅਤੇ ਬੜੀ ਫੁਰਤੀ ਨਾਲ ਜ਼ੋਰ ਦਾ ਹੱਲਾ ਕੀਤਾ। ਫੌਜ ਵਿੱਚ ਅਫਰਾ ਤਫਰੀ ਪੈ ਗਈ ਤੇ ਉਹ ਚੀਕ ਕੇ ਵਿੱਚ ਦੀ ਨਿਕਲ ਗਿਆ ਅਤੇ ਪਹਾੜਾਂ ਵੱਲ ਨੱਠ ਗਿਆ ਅਤੇ ਫੌਜ ਫੜ ਨਾ ਸਕੀ। ਮੁਹੰਮਦ ਕਾਸਿਮ ਲਿਖਦਾ ਹੈ ਕਿ ਸ਼ਾਹੀ ਫੌਜ ਦੇ ਕੁਝ ਆਦਮੀ ਬੰਦੇ ਨਾਲ ਰਲ ਗਏ ਅਤੇ ਉਹ ਦਿਲੋਂ ਚਾਹੁੰਦੇ ਸਨ ਕਿ ਬੰਦਾ ਬਚ ਕੇ ਨਿਕਲ ਜਾਵੇ। ਉਹਨਾਂ ਨੇ ਹੋਰਨਾਂ ਨੂੰ ਪਤਾ ਲੱਗਣ ਤੋਂ ਬਿਨਾਂ ਹੀ ਉਸ ਨੂੰ ਇੱਕ ਲੁਕਵੇਂ ਥਾਣੀ ਫੌਜ ਦੇ ਘੇਰੇ ਚੋਂ ਬਾਹਰ ਕਰ ਦਿੱਤਾ। ਅਰਾਦਤ ਖਾਂ ਲਿਖਦਾ ਹੈ ਕਿ ਬੰਦਾ ਇਕੱਲੇ ਹੀ ਰਾਤ ਸਮੇਂ ਮੁਗਲ ਸੈਨਿਕ ਦਾ ਭੇਸ ਵਟਾ ਕੇ ਨਿਕਲ ਗਿਆ। ਸਾਰੇ ਹਾਲਾਤ ਨੂੰ ਮੁੱਖ ਰੱਖਦਿਆਂ
ਗੌਰ ਕੀਤਿਆਂ ਸਾਫ਼ ਪਤਾ ਲੱਗਦਾ ਹੈ ਕਿ ਖਾਫੀ ਖਾਂ ਅਸਲੀਅਤ ਤੋਂ ਕਾਫੀ ਦੂਰ ਦੀ ਗੱਲ ਕਰਦਾ ਹੈ। ਬੰਦਾ ਸਿੰਘ ਦੇ ਭੱਜ ਕੇ ਨਿਕਲ ਜਾਣ ਦੀ ਸਹੀ ਸਾਖੀ ਉਹ ਜਾਪਦੀ ਹੈ ਜੋ ਮੁਹੰਮਦ ਕਾਸਿਮ ਨੇ ਦੱਸੀ ਹੈ। ਬੰਦਾ ਸਿੰਘ ਦੇ ਸਿੰਘਾਂ ਨੇ ਫੌਜ ਦੀ ਆਪਣੇ ਸ਼ਪੋਲਾਂ ਨਾਲ ਜਾਨ ਲਬਾਂ ਤੇ ਲਿਆਂਦੀ ਹੋਈ ਸੀ। ਰੋਜ਼ ਬੰਦਿਆਂ ਦਾ ਨੁਕਸਾਨ ਹੋ ਰਿਹਾ ਸੀ ਅਤੇ ਫੌਜ ਵਿੱਚ ਬੇਦਲੀ ਛਾਈ ਜਾ ਰਹੀ ਸੀ। ਸਾਰੇ ਅਮੀਰ ਵਜ਼ੀਰ ਇਹ ਚਾਹੁੰਦੇ ਸਨ ਕਿ ਇਸ ਦੋਜ਼ਖ ਅਤੇ ਅਜ਼ਾਬ ਵਰਗੀ ਜ਼ਿੰਦਗੀ ਤੋਂ ਛੁਟਕਾਰਾ ਪਾਉਣ। ਇਸ ਦਾ ਇੱਕ ਹੀ ਸਿੱਧਾ ਰਾਹ ਸੀ ਕਿ ਬੰਦਾ ਸਿੰਘ ਕਿਲ੍ਹਾ ਛੱਡ ਕੇ ਕਿਧਰੇ ਚਲਾ ਜਾਵੇ ਅਤੇ ਇਸ ਮੁਹਿੰਮ ਦਾ ਅੰਤ ਹੋ ਜਾਵੇ। ਉਹਨਾਂ ਦੇ ਹੱਥ ਇੱਕ ਹੋਰ ਸੁਨਹਿਰੀ ਮੌਕਾ ਵੀ ਸੀ ਜਿਸ ਨੂੰ ਉਹ ਅਜਾਈ ਨਹੀਂ ਸਨ ਜਾਣ ਦੇਣਾ ਚਾਹੁੰਦੇ। ਉਹਨਾਂ ਵੇਖਿਆ ਕਿ ਖਾਨ ਖਾਨਾ ਨੇ ਹੁਕਮ ਅਦੂਲੀ ਕੀਤੀ ਹੈ। ਬਾਦਸ਼ਾਹ ਦੀ ਆਗਿਆ ਦੀ ਉਲੰਘਣ ਕਰਕੇ ਆਪਣੀ ਭੱਲ ਬਣਾਉਣ ਲਈ ਕਿਲ੍ਹੇ ਉੱਤੇ ਹਮਲਾ ਕਰ ਦਿੱਤਾ ਹੈ। ਜੇਕਰ ਕਿਲ੍ਹਾ ਫਤਿਹ ਹੋ ਗਿਆ ਤਾਂ ਇਸ ਦੀ ਬੜੀ ਚੜ੍ਹ ਮਚੂਗੀ ਅਤੇ ਕਈ ਪ੍ਰਕਾਰ ਦੀਆਂ ਗੱਲਾਂ ਬਣਾ ਕੇ ਇਹ ਵਜ਼ੀਰ ਬਾਦਸ਼ਾਹ ਨੂੰ ਹੱਥਾਂ ਤੇ ਪਾ ਲਵੇਗਾ। ਬਾਦਸ਼ਾਹ ਇਸ ਮਗਰ ਲੱਗੂ ਤੇ ਸਾਡਾ ਕੋਈ ਰਸੂਖ ਨਹੀਂ ਰਹਿਣਾ। ਪਰ ਜੇ ਕਿਤੇ ਬੰਦਾ ਬਚ ਕੇ ਕਿਲ੍ਹੇ ਚੋਂ ਕਿਧਰੇ ਨਿਕਲ ਜਾਵੇ ਅਤੇ ਇਸ ਤਰ੍ਹਾਂ ਇਹ ਮੁਹਿੰਮ ਨਾਕਾਮ ਹੋ ਜਾਵੇ ਤਦ ਤਾਂ ਖਾਨ ਖਾਨਾ ਵੱਲੋਂ ਕੀਤੀ ਪਹਿਲੀ ਹੁਕਮ ਅਦੂਲੀ ਦੇ ਕਾਰਨ ਬਾਦਸ਼ਾਹ ਦੇ ਗੁੱਸੇ ਦੀ ਅੱਗ ਦੂਣੀ ਭੜਕੂ। ਵਜ਼ੀਰ ਦਾ ਵਕਾਰ ਮਿੱਟੀ 'ਚ ਰੁਲੂ। ਦਰਬਾਰ ਵਿੱਚ ਇਸ ਦੇ ਪੈਰ ਨਹੀਂ ਲੱਗ ਸਕਣਗੇ ਅਤੇ ਸਾਨੂੰ ਬਦਲਾ ਲੈਣ ਦਾ ਚੰਗਾ ਮੌਕਾ ਮਿਲੂ। ਬੰਦਾ ਸਿੰਘ ਨੇ ਇੱਥੋਂ ਨਿਕਲ ਕੇ ਕਿਹੜਾ ਤੀਰਥ ਯਾਤਰਾ ਤੇ ਚਲੇ ਜਾਣਾ। ਫਿਰ ਸ਼ਾਹੀ ਨੂੰ ਵੰਗਾਰੂ ਬਾਦਸ਼ਾਹ ਮਗਰ ਪਊ। ਕੰਮ ਮਗਿਆ ਰਹੂ ਅਤੇ ਸਾਡਾ ਮੁੱਲ ਪਊ। ਬੰਦਾ ਸਿੰਘ ਤਾਂ ਬਾਦਸ਼ਾਹ ਸਲਾਮਤ ਦੇ ਕਾਬੂ ਆਉਣਾ ਹੀ ਨਹੀਂ। ਵਜ਼ੀਰ ਗੂਠੇ ਲੱਗ ਜਾਊ। ਫਿਰ ਜਿਵੇਂ ਅਸੀਂ ਚਾਹਾਂਗੇ ਤਿਵੇਂ ਹੋਊਗਾ। ਇਹ ਸੀ ਹਾਲਤ ਉਸ ਵੇਲੇ ਮੁਗਲ ਅਮੀਰਾਂ ਵਜ਼ੀਰਾਂ ਦੀ। ਪਿਆਲੇ ਭਰ ਭਰ ਪੀਣ ਲਈ ਜ਼ਹਿਰ ਇਕੱਠਾ ਕਰ ਰਹੇ ਸਨ। ਖਾਨ ਖਾਨਾ ਨਾਲ ਇਹ ਵੈਰ ਕਿਉਂ? ਹਿਊਮੇ ਦਾ ਮਾਰਿਆ ਇਨਸਾਨ ਕੀ ਕੁਝ ਨਹੀਂ ਕਰ ਗੁਜ਼ਰਦਾ। ਈਰਖਾ ਦਾ ਸਾੜਾ ਵੱਡਿਆਂ ਵੱਡਿਆਂ ਨੂੰ ਸਾੜ ਕੇ ਭਸਮ ਕਰ ਦਿੰਦਾ ਹੈ। ਖਾਨ ਖਾਨਾ ਮੁਗਲ ਰਾਜ ਦਾ ਬੜਾ ਮਜ਼ਬੂਤ ਥੰਮ ਸੀ। ਵਫਾਦਾਰੀ ਇਸ ਵਿੱਚ ਕੁੱਟ-ਕੁੱਟ ਕੇ ਭਰੀ ਹੋਈ ਸੀ। ਇਹ ਬਹਾਦਰ ਸ਼ਾਹ ਦਾ ਪੁਰਾਣਾ ਨੌਕਰ ਸੀ। ਬਾਦਸ਼ਾਹ ਨੇ ਔਰੰਗਜ਼ੇਬ ਦੇ ਸਮੇਂ ਦੇ ਅਮੀਰਾਂ ਦੇ ਹੱਕ ਪਿੱਛੇ ਪਾ ਕੇ ਇਸ ਨੂੰ ਏਕਾ-ਏਕ ਹੀ ਵਜ਼ੀਰ ਬਣਾ ਦਿੱਤਾ ਸੀ। ਇਸ ਲਈ ਬਹੁਤ ਸਾਰੇ ਅਮੀਰ ਖਾਨ ਖਾਨਾ ਦੇ ਲਹੂ ਦੇ ਧਿਆਏ ਹੋ ਰਹੇ ਸਨ। ਆਪਣਾ ਵਤਰ ਵਹਾਉਣ ਲਈ ਉਹ ਜਿਸ ਸਮੇਂ ਦੀ ਉਡੀਕ ਵਿੱਚ ਸਨ ਹਾਲਾਤ ਨੇ ਪੈਦਾ ਕਰ ਦਿੱਤਾ। ਇਸ ਹੱਥ ਆਏ ਮੌਕੇ ਤੋਂ ਉਹਨਾਂ ਪੂਰਾ ਫਾਇਦਾ ਉਠਾਇਆ। ਬੰਦਾ ਸਿੰਘ ਭਾਵੇਂ ਬਚ ਜਾਵੇ ਪਰ ਖਾਨ ਖਾਨਾ ਸੁੱਕਾ ਨਾ ਜਾਵੇ। ਇਸ ਲਈ ਉਹਨਾਂ ਗਿਣੀ ਮਿੱਥੀ ਵਿਉਂਤ ਤਹਿਤ ਬੰਦਾ ਸਿੰਘ ਨੂੰ ਸਣੇ ਉਸ ਦੀ ਚੋਣਵੀਂ ਸੈਨਾ ਦੇ ਆਪਣੀਆਂ ਕਤਾਰਾਂ ਵਿੱਚ ਦੀ ਬਾਹਰ ਕਰ ਦਿੱਤਾ। ਇਰਾਦਤ ਖਾਂ ਦੀ ਦੱਸੀ ਸਾਖੀ ਵੀ ਘੋਖ ਦੀ ਕਸਵੱਟੀ ਤੇ ਠਹਿਰਦੀ ਨਜ਼ਰ ਨਹੀਂ ਆਉਂਦੀ। ਇਸ ਤੋਂ ਹਟ ਕੇ ਇਸ ਤੱਥ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਕਿ ਬੰਦਾ ਸਿੰਘ ਇੱਕ ਵਧੀਆ ਜੰਗੀ ਮਾਹਿਰ ਸੀ। ਉਹ ਹੱਦ ਦਰਜੇ ਦਾ ਤੀਖਣ ਬੁੱਧੀ ਵਾਲਾ ਉਦਮੀ ਸਾਹਸੀ ਗੁਰੀਲਾ ਜੰਗੀ ਚਾਲਾਂ ਤੋਂ ਪੂਰੀ ਤਰ੍ਹਾਂ ਜਾਣੂ ਅਤੇ ਹਰ ਹਾਲਤ ਵਿੱਚ ਮਾਨਸਿਕ ਸੰਤੁਲਨ ਕਾਇਮ ਰੱਖਣ ਵਾਲਾ ਸੂਰਮਾ ਸੀ। ਉਹ ਕਿਸੇ ਦੀ ਸਹਾਇਤਾ ਤੋਂ ਬਿਨਾਂ ਹੀ ਦੁਸ਼ਮਣ ਨੂੰ ਹਰ ਉਹ ਦਾਅ ਲਾ ਕੇ ਚਿੱਤ ਕਰ ਦੇਣ ਦੀ ਸਮਰੱਥਾ ਰੱਖਦਾ ਸੀ ਜਿਸ ਬਾਰੇ ਦੁਸ਼ਮਣ ਸੋਚ ਵੀ ਨਾ ਸਕੇ। ਉਸ ਨੂੰ ਅਕਾਲ ਪੁਰਖ ਤੇ ਭਰੋਸਾ ਅਤੇ ਖਾਲਸੇ ਦੇ ਬਾਹੂਬਲ ਤੇ ਮਾਣ ਸੀ। ਗੱਲ ਜੱਚਦੀ ਨਹੀਂ ਕਿ ਕੱਲ ਆਈ ਫੌਜ ਨੂੰ ਖੁਫੀਆ ਰਾਹ ਦਾ ਪਤਾ ਹੋਵੇ ਅਤੇ ਉਹਨੂੰ ਜੋ ਇੰਚ ਚੁਫੇਰੇ ਤੋਂ ਜਾਣੂ ਹੈ ਖੁਫੀਆ ਰਾਹ ਦਾ ਪਤਾ ਹੀ ਨਾ ਹੋਵੇ। ਹਾਂ, ਸਭ ਤਰ੍ਹਾਂ ਨਿਪੁੰਨ ਹੁੰਦਿਆਂ ਦੁਸ਼ਮਣ ਦੀ ਕਿਸੇ ਕਮਜ਼ੋਰੀ ਨੂੰ ਜੇ ਵਰਤ ਗਿਆ ਹੋਵੇ ਤਾਂ ਉਹ ਉਸ ਦਾ ਹੱਕ ਸੀ। 11 ਦਸੰਬਰ 1710 ਈਸਵੀ ਦਾ ਸੂਰਜ ਨਿਕਲਿਆ ਹੀ ਸੀ ਕਿ ਮਨੀਮ ਖਾਨ ਖਾਨਾ ਨੇ ਆਪਣੇ ਤਹਿਤ ਫੌਜ ਨੂੰ ਹੁਕਮ ਦਿੱਤਾ ਕਿ ਅੱਗੇ ਵੱਧ ਕੇ ਕਿਲ੍ਹੇ ਉੱਤੇ ਹੱਲਾ ਕਰਨ। ਵਿਰੋਧਤਾ ਕਰਨ ਵਾਲੇ ਸਿੱਖਾਂ ਨੂੰ ਵੱਢ ਕੱਟ ਕੇ ਪਹਾੜੀ ਉੱਤੇ ਚੜ੍ਹਨ ਅਤੇ ਦੂਜੇ ਲਸ਼ਕਰ ਤੋਂ ਪਹਿਲਾਂ ਕਿਲ੍ਹਾ ਸਰ ਕਰ ਲੈਣ ਦਾ ਨਾਮ ਨਾ ਖੱਟਣ। ਉਹ ਇਹ ਭੱਲ ਪ੍ਰਾਪਤ ਕਰਕੇ ਪਾਤਸ਼ਾਹ ਦੀਆਂ ਨਜ਼ਰਾਂ ਵਿੱਚ ਸੁਰਖਰੂ ਹੋਣਾ ਚਾਹੁੰਦਾ ਸੀ। ਇਹ ਦੂਜਾ ਹੱਲਾ ਬਾਦਸ਼ਾਹ ਦੀ ਦੂਸਰੀ ਹੁਕਮ ਅਦੂਲੀ ਸੀ। ਇੱਕ ਹੁਕਮ ਅਦੂਲੀ ਉਹ ਪਹਿਲਾਂ ਕਰ ਚੁੱਕਾ ਸੀ। ਬਾਦਸ਼ਾਹ ਨੇ ਜਦ ਸੋਮ ਨਦੀ ਦੇ ਕੰਢੇ ਤੇ ਕੰਪੂ ਲਾਇਆ ਅਤੇ ਲੋਹਗੜ੍ਹ ਦੁਆਲੇ ਘੇਰਾ ਪਾਇਆ, ਉਸ ਨੇ ਹੁਕਮ ਦਿੱਤਾ ਸੀ ਕਿ ਉਸ ਦੇ ਆਦੇਸ਼ ਤੋਂ ਬਿਨਾਂ ਕੋਈ ਵੀ ਜਰਨੈਲ ਆਪਣੇ ਆਪ ਅੱਗੇ ਵਧ ਕੇ ਸਿੱਖਾਂ ਉੱਤੇ ਹਮਲਾ ਨਾ ਕਰੇ। ਸ਼ਾਹੀ ਫੌਜ ਦਾ ਜੋ ਨੁਕਸਾਨ ਸਿੱਖਾਂ ਕੀਤਾ ਸੀ ਬਹਾਦਰ ਸ਼ਾਹ ਦੇ ਧਿਆਨ ਵਿੱਚ ਸੀ।
ਉਹ ਨਹੀਂ ਸੀ ਚਾਹੁੰਦਾ ਕਿ ਫੌਜ ਦਾ ਅਜਾਈ ਨੁਕਸਾਨ ਹੋਈ ਜਾਵੇ, ਜਿਸ ਨਾਲ ਸਿਪਾਹੀਆਂ ਦੇ ਮਨ ਤੇ ਮਾੜਾ ਅਸਰ ਹੋਣ ਦਾ ਖਦਸ਼ਾ ਸੀ। ਨਾਲ ਹੀ ਉਹ ਦ੍ਰਿੜ ਸੀ ਕਿ ਬੰਦਾ ਸਿੰਘ ਦੇ ਜਿਉਂਦਿਆਂ ਮੁਗਲ ਰਾਜ ਸੁਰੱਖਿਅਤ ਨਹੀਂ। ਉਹ ਬੰਦਾ ਸਿੰਘ ਨੂੰ ਜਿਉਂਦੇ ਜਾਂ ਮਰੇ ਨੂੰ ਆਪਣੇ ਸਾਹਮਣੇ ਵੇਖਣਾ ਚਾਹੁੰਦਾ ਸੀ। ਆਪਣੇ ਸਭ ਤੋਂ ਵੱਡੇ ਵੈਰੀ ਦਾ ਕਰੜਾ ਚੁਗਿਰਦੇ ਘੇਰੇ ਪਾ ਕੇ ਇਖਤਿਆਰ ਕਰ ਰਿਹਾ ਸੀ ਕਿ ਬੰਦਾ ਸਿੰਘ ਹੱਥ ਆਇਆ ਨਾ ਨਿਕਲ ਜਾਵੇ। ਸਿੱਖ ਆਗੂ ਦੀ ਸ਼ਕਤੀ ਦਾ ਤੌਖਲਾ ਸੀ ਅਤੇ ਉਹ ਕੋਈ ਵੀ ਐਸਾ ਕੱਚਾ ਕਦਮ ਨਹੀਂ ਸੀ ਚੁੱਕਣਾ ਚਾਹੁੰਦਾ ਜਿਸ ਦੇ ਫਲਸਰੂਪ ਪਛਤਾਵਾ ਹੋਵੇ। ਇਸ ਲਈ ਉਸਨੇ ਸਾਰੇ ਜਰਨੈਲਾਂ ਨੂੰ ਪੂਰੇ ਜ਼ਬਤ ਵਿੱਚ ਰਹਿਣ ਦੇ ਆਦੇਸ਼ ਦਿੱਤੇ ਹੋਏ ਸਨ। ਉਹ ਹਰ ਸੂਰਤ ਵਿੱਚ ਬੰਦਾ ਸਿੰਘ ਨੂੰ ਫੜਨਾ ਚਾਹੁੰਦਾ ਸੀ ਅਤੇ ਕੋਈ ਐਸਾ ਰਸਤਾ ਖੁੱਲ੍ਹਾ ਨਹੀਂ ਸੀ ਰਹਿਣ ਦਿੱਤਾ ਕਿ ਸ਼ੇਰ ਸ਼ਿਕਾਰੀਆਂ ਹੱਥ ਆਇਆ ਨਿਕਲ ਜਾਵੇ। ਖਾਨ ਖਾਨਾ ਦਾ ਹੱਲਾ, ਜਿਸ ਦੀ ਭਾਵੇਂ ਪਾਤਸ਼ਾਹ ਵੱਲੋਂ ਆਗਿਆ ਨਹੀਂ ਸੀ ਲਈ ਗਈ, ਇੰਨੀ ਕਾਹਲੀ ਅਤੇ ਜ਼ੋਰ ਦਾ ਸੀ ਕਿ ਫੌਜ ਬੜੀ ਤੇਜ਼ੀ ਨਾਲ ਕਿਲੇ ਵੱਲ ਵਧਣ ਲੱਗੀ। ਉਧਰ ਕਿਲੇ ਅੰਦਰ ਗੁਲਾਬ ਸਿੰਘ ਅਤੇ ਉਸਦੇ ਮੁੱਠੀ ਭਰ ਸਾਥੀਆਂ ਨੇ ਐਡੇ ਵੱਡੇ ਟਿੱਡੀ ਦਲ ਅੱਗੇ ਕਿੰਨਾ ਕੁ ਚਿਰ ਅੜ ਸਕਣਾ ਸੀ। ਉਹ ਪੂਰਾ ਟਿੱਲ ਲਾ ਕੇ ਲੜੇ ਅਤੇ ਫੌਜ ਸਿੱਧੀ ਰਵਾ ਰਵੀ ਆ ਕੇ ਕਿਲੇ ਤੇ ਕਾਬੂ ਨਾ ਪਾ ਸਕੀ। ਗੁਲਾਬ ਸਿੰਘ ਦਾ ਇਹੋ ਸਫਲ ਮਨੋਰਥ ਸੀ ਕਿ ਫੌਜ ਨੂੰ ਅਸਲੀਅਤ ਦਾ ਪਤਾ ਨਾ ਲੱਗ ਸਕੇ। ਬੰਦਾ ਸਿੰਘ ਅਤੇ ਉਸਦੇ ਸਾਥੀਆਂ ਅਤੇ ਫੌਜ ਵਿਚਕਾਰ ਜਿੰਨੀ ਵਿੱਥ ਪੈ ਸਕੇ ਉਨੀ ਠੀਕ ਹੈ। ਉੜਕ ਨੂੰ ਕਿਲਾ ਸਰ ਹੋ ਗਿਆ ਅਤੇ ਗੁਲਾਬ ਸਿੰਘ ਅਤੇ ਉਸਦੇ ਸਾਥੀ ਫੜ ਲਏ ਗਏ। ਲਾਗਲੇ ਪਿੰਡ ਦੇ ਉਹ ਮਰਦ, ਤੀਵੀਆਂ ਅਤੇ ਬੱਚੇ ਜਿਨ੍ਹਾਂ ਫੌਜ ਤੋਂ ਡਰਦਿਆਂ ਬੰਦਾ ਸਿੰਘ ਪਾਸ ਪਨਾਹ ਲਈ ਹੋਈ ਸੀ, ਵੀ ਫੜ ਲਏ ਗਏ। ਪਹਿਲੇ ਦਿਨਾਂ ਦੀ ਲੜਾਈ ਵਿੱਚ ਹੋਏ ਜ਼ਖਮੀ ਸਾਰੇ ਸਿੱਖ ਕਤਲ ਕੀਤੇ ਗਏ। ਕਿਲੇ ਵਿਚਲਾ ਮਾਲ ਸਬਾਬ, ਕਈ ਵਧੀਆ ਘੋੜੇ, ਊਠ, 5 ਹਾਥੀ ਭਾਰ ਵਾਲੀਆਂ ਖੱਚਰਾਂ, 3 ਵੱਡੀਆਂ ਅਤੇ 17 ਛੋਟੀਆਂ ਤੋਪਾਂ, ਕੁਝ ਬੰਦੂਕਾਂ, ਤਲਵਾਰਾਂ, ਉਹ ਚਾਨਣੀ ਜਿਸ ਦੀਆਂ ਚੋਭਾਂ ਚਾਂਦੀ ਦੀਆਂ ਸਨ, ਚਾਂਦੀ ਦੇ ਸਿੱਖੇ, ਅਸ਼ਰਫੀਆਂ, ਜੋ ਮਿਲਾ ਕੇ 8 ਲੱਖ ਦੀ ਰਕਮ ਬਣਦੀ ਸੀ, ਸਭ ਜੇਤੂ ਫੌਜ ਦੇ ਹੱਥ ਲੱਗਾ। ਸ਼ਾਹੀ ਕੰਪੂ ਵਿੱਚ ਜਦ ਕਿਲੇ ਦੇ ਸਰ ਹੋਣ ਅਤੇ ਬੰਦਾ ਸਿੰਘ ਦਾ ਸਾਥੀਆਂ ਸਮੇਤ ਫੜੇ ਜਾਣ ਦੀ ਖਬਰ ਪਹੁੰਚੀ ਤਾਂ ਪਾਤਸ਼ਾਹ ਤੋਂ ਲੈ ਕੇ ਛੋਟੇ ਤੋਂ ਛੋਟੇ ਕਰਮਚਾਰੀ ਤੱਕ ਸਾਰ ਕੰਪੂ ਖੁਸ਼ੀ ਵਿੱਚ ਝੂਮ ਉੱਠਿਆ। ਭਾਂਤ ਭਾਂਤ ਦੀਆਂ ਗੱਲਾਂ ਕਰਨ, ਖਾਸ ਕਰਕੇ ਮੌਲਵੀ ਮੁਲਾਣੇ ਜੋ ਸਵੇਰ ਤੱਕ ਜਲ ਤੂੰ ਜਲਾਲ ਤੂੰ ਪੜ੍ਹਦੇ ਅਤੇ ਬੰਦੇ ਦੇ ਡਰੋਂ ਦੁਆਈ ਮੰਗਦੇ ਕਿ ਯਾ ਅੱਲਾ ਸਾਨੂੰ ਕਿਵੇਂ ਇਸ ਤੋਂ ਬਚਾ ਕੇ ਘਰ ਵਾਪਸ ਬਾਲ ਬੱਚੇ ਦਾ ਮੂੰਹ ਵਿਖਾ, ਇਸ ਨੂੰ ਹੀ ਕਾਮਯਾਬੀ ਬਖਸ਼ ਜੋ ਇਹ ਕਿਧਰੇ ਨਿਕਲ ਜਾਵੇ, ਸਾਨੂੰ ਇਸ ਅਜ਼ਾਬ ਤੋਂ ਨਿਜਾਤ ਮਿਲੇ। ਹੁਣ ਸਾਰੀ ਨੇਕਨਾਮੀ ਆਪ ਲੈਣ ਦੀਆਂ ਕਹਿ ਰਹੇ ਸਨ। ਹਰ ਕੋਈ ਕਹੇ ਕਿ ਮੇਰੀ ਦੁਆ ਦਾ ਹੀ ਅਸਰ ਹੈ ਜੋ ਕਬੂਲ ਹੋਈ ਹੈ। ਇਹ ਵੈਰੀ ਫੜਿਆ ਗਿਆ ਹੈ। ਜਣਾ ਖਣਾ ਦੁਆ ਦਾ ਸਿਹਰਾ ਆਪਣੇ ਸਿਰ ਬੰਨੇ। ਸਾਰੇ ਕੰਪੂ ਵਿੱਚ ਈਦ ਵਰਗੀਆਂ ਖੁਸ਼ੀਆਂ ਸਨ। ਉਸ ਸਮੇਂ ਇਹ ਰਿਵਾਜ ਸੀ ਕਿ ਜਦ ਕੋਈ ਅਮੀਰ ਆਪਣੇ ਜਿੰਮੇ ਲੱਗੀ ਮੁਹਿੰਮ ਨੂੰ ਸਰ ਕਰਕੇ ਆਉਂਦਾ ਤਾਂ ਉਸਦੇ ਅੱਗੇ ਅੱਗੇ ਉਸਦੀ ਜਿੱਤ ਦੀ ਖੁਸ਼ੀ ਦੇ ਢੋਲ ਨਗਾਰੇ ਅਤੇ ਵਾਜੇ ਵੱਜਦੇ ਆਉਂਦੇ। ਇਸ ਨਾਲ ਨਿਰੀ ਜਿੱਤ ਦੀ ਖੁਸ਼ੀ ਹੀ ਲੋਕਾਂ ਵਿੱਚ ਨਹੀਂ ਸੀ ਬਖੇਰੀ ਜਾਂਦੀ, ਸਗੋਂ ਲੋਕਾਂ ਦੇ ਦਿਲਾਂ ਤੇ ਸਰਕਾਰ ਦੀ ਤਾਕਤ ਦਾ ਦਬਦਬਾ ਬਿਠਾਇਆ ਜਾਂਦਾ। ਲੁੱਟਿਆ ਮਾਲ ਅਤੇ ਫੜੇ ਹੋਏ ਦੁਸ਼ਮਣ ਅਤੇ ਉਸ ਦੇ ਸਿਪਾਹੀਆਂ ਦੀ ਅੱਗੇ ਲਾ ਕੇ ਪ੍ਰਦਰਸ਼ਨੀ ਕੀਤੀ ਜਾਂਦੀ। ਸੰਗਲਾਂ ਨਾਲ ਜਕੜੇ ਗਲਾਂ ਵਿੱਚ ਤੌਕ, ਜਿਸਮ ਤੇ ਹਾਸੋਹੀਣੀ ਲਿਬਾਸ ਪਾਉਣਾ, ਵੈਰੀ ਦੀ ਰੱਜ ਕੇ ਬੇਪਤੀ ਕਰਨਾ ਅਤੇ ਲੋਕਾਂ ਨੂੰ ਡਰਾਵਾ ਦੇਣਾ ਚਾਹੁੰਦੇ ਸੀ। ਮੁਨੀਮ ਖਾਂ ਤਾਂ ਮੁਗਲ ਰਾਜ ਦੇ ਬਹੁਤ ਹੀ ਡਾਢੇ ਵੈਰੀ ਨੂੰ ਫੜ ਕੇ ਲਿਆਇਆ ਸੀ। ਆਪਣੇ ਵੱਲੋਂ ਉਹ ਬੰਦਾ ਸਿੰਘ ਨੂੰ ਫੜੀ ਆਉਂਦਾ ਸੀ, ਜਿਸ ਨੇ ਮੁਗਲ ਰਾਜ ਤੇ ਕੁੱਲ ਤਰਕਾਣੀ ਦੀ ਨੀਂਦ ਹਰਾਮ ਕੀਤੀ ਹੋਈ ਸੀ। ਉਸ ਦੇ ਅੱਗੇ ਅੱਗੇ ਜਿੱਤ ਦੇ ਨਗਾਰੇ ਵੱਜਦੇ ਆ ਰਹੇ ਸਨ ਅਤੇ ਉਹ ਇਸੇ ਹਾਲਤ ਵਿੱਚ ਬਾਦਸ਼ਾਹ ਦੇ ਡੇਰੇ ਵੱਲ ਆ ਰਿਹਾ ਸੀ ਕਿ ਰਾਹ ਵਿੱਚ ਹੀ ਸ਼ਾਹੀ ਹੁਕਮ ਮਿਲਿਆ ਕਿ ਨਗਾਰੇ ਬੰਦ ਕੀਤੇ ਜਾਣ ਅਤੇ ਖਾਨ ਖਾਨਾ ਬਾਦਸ਼ਾਹ ਦੇ ਹਜੂਮ ਆਉਣ ਦੀ ਦਲੇਰੀ ਨਾ ਕਰੇ। ਖਾਨ ਖਾਨਾ ਆਪਣੇ ਮਨ ਵਿੱਚ ਪ੍ਰਸੰਨ ਸੀ ਕਿ ਉਹ ਬੰਦਾ ਸਿੰਘ ਨੂੰ ਜਿਉਂਦੇ ਨੂੰ ਹੀ ਫੜ ਕੇ ਪਾਤਸ਼ਾਹ ਪਾਸ ਲਈ ਜਾ ਰਿਹਾ ਹੈ। ਇਸ ਨਾਲ ਪਾਤਸ਼ਾਹ ਨੂੰ ਉਹ ਗੁੱਸਾ ਜੋ ਉਸ ਦੀ ਪਹਿਲੀ ਹੁਕਮ ਅਦੂਲੀ ਕਾਰਨ ਉਸ ਨੂੰ ਆਇਆ ਸੀ ਖਤਮ ਹੋ ਜਾਵੇਗਾ ਅਤੇ ਉਸ ਦਾ ਦਿਲ ਉਸ ਲਈ ਪ੍ਰਸੰਨਤਾ ਨਾਲ ਭਰ ਜਾਵੇਗਾ। ਪਰ ਕੌਣ ਉਸ ਦਾ ਦਿਲ ਟੁੱਟ ਜਾਣ ਦੀ ਅਥਾਹ ਨਿਰਾਸ਼ਤਾ ਦਾ ਅੰਦਾਜ਼ਾ ਲਾ ਸਕਦਾ ਹੈ ਜਦ ਉਸ ਨੂੰ ਪਤਾ ਲੱਗਾ ਕਿ ਬਾਜ ਜਾਲ ਚੋਂ ਨਿਕਲ ਗਿਆ ਹੈ ਅਤੇ ਉਹ ਜਿਸ ਨੂੰ ਫੜ ਕੇ ਲਿਆਇਆ ਹੈ ਉਹ ਕੁਝ ਹੋਰ ਹੀ ਹੈ ਅਤੇ ਇਹ ਵੀ ਕੋਈ ਖਬਰ ਨਹੀਂ ਸੀ ਕਿ ਉਹ ਕਿੱਧਰ ਨੂੰ ਗਿਆ ਹੈ।
ਖਾਨ ਖਾਨਾ ਦੇ ਹਵਾਸ ਉੱਡ ਗਏ। 2 ਵਾਰ ਦੀ ਹੁਕਮ ਅਦੂਲੀ ਅਤੇ ਬੰਦਾ ਸਿੰਘ ਦਾ ਐਡੇ ਪੀੜੇ ਘੇਰੇ ਵਿੱਚੋਂ ਨਿਕਲ ਜਾਣ ਕਰਕੇ ਉਹ ਸ਼ਾਹੀ ਗੁੱਸੇ ਦੇ ਗਮ ਵਿੱਚ ਡੁੱਬ ਗਿਆ। ਉਹ ਨਿਰਾਸ਼ਤਾ ਵਿੱਚ ਡੁੱਬਾ, ਝੂਰਦਾ ਅਤੇ ਡਿਕਡੋਲੇ ਖਾਂਦਾ ਹੋਇਆ ਆਪਣੇ ਡੇਰੇ ਵੱਲ ਨੂੰ ਮੁੜ ਗਿਆ। ਹਰ ਘੜੀ ਉਸ ਨੂੰ ਦਿਲ ਤੋੜਨ ਵਾਲੀ ਖਬਰ ਮਿਲਦੀ ਸੀ ਕਿ ਦਰਬਾਰ ਵਿੱਚ ਉਸ ਦੇ ਦੋਖੀ ਉਸ ਦੀ ਨਾਕਾਮਯਾਬੀ ਕਾਰਨ ਸ਼ਾਹੀ ਨਜ਼ਰੋਂ ਗਿਰ ਜਾਣ ਦੇ ਬੜੇ ਖੁਸ਼ ਸਨ ਅਤੇ ਬਾਦਸ਼ਾਹ, ਜੋ ਇਸ ਵੇਲੇ ਬਹੁਤ ਹੀ ਗੁੱਸੇ ਵਿੱਚ ਹੈ, ਨੂੰ ਹੋਰ ਭਖਾ ਰਹੇ ਹਨ। ਇਸ ਮੁਹਿੰਮ ਦੀ ਨਾਕਾਮਯਾਬੀ ਤੁਹਾਡੇ ਤੇ ਸੁੱਟ ਰਹੇ ਹਨ ਅਤੇ ਖੁੱਲ੍ਹਮ ਖੁੱਲ੍ਹਾ ਤੁਹਾਨੂੰ ਬੁਰਾ ਭਲਾ ਕਹਿ ਰਹੇ ਹਨ। ਵੈਰੀ ਤੁਹਾਨੂੰ ਮਿੱਟੀ ਵਿੱਚ ਮਿਲਾ ਦੇਣ ਤੇ ਤੁਲੇ ਹੋਏ ਹਨ। ਬਾਦਸ਼ਾਹ ਦਾ ਗੁੱਸਾ ਕੁਝ ਦੇਰ ਬਾਅਦ ਉਤਰ ਗਿਆ ਅਤੇ ਉਸ ਨੇ ਫਿਰ ਉਸ ਤੇ ਮਿਹਰਬਾਨੀ ਕਰਨੀ ਆਰੰਭ ਕਰ ਦਿੱਤੀ। ਬਾਦਸ਼ਾਹ ਨੂੰ ਤਖਤ ਦਿਵਾਉਣ ਲਈ ਵੱਡਾ ਮੋਢੀ ਖਾਨ ਖਾਨਾ ਸੀ, ਸੋ ਬਾਦਸ਼ਾਹ ਨੇ ਪਹਿਲੇ ਕੰਮਾਂ ਦਾ ਲਿਹਾਜ਼ ਕਰਕੇ ਉਸ ਦੇ ਵਕਾਰ ਨੂੰ ਮੁੜ ਬਹਾਲ ਕਰਨ ਦਾ ਪੂਰਾ ਯਤਨ ਕੀਤਾ। ਤਦ ਵੀ ਇਹ ਸਾਊ ਅਤੇ ਵਫਾਦਾਰ ਅਮੀਰ ਸ਼ਾਹੀ ਨਾਸ਼ੁਕਰੀ ਅਤੇ ਅਸਰ ਤੋਂ ਅਭਿੱਜ ਨਾ ਰਿਹਾ। ਤਿੰਨੇ ਸ਼ਹਿਜ਼ਾਦੇ ਅਤੇ ਅਮੀਰ ਉਲ ਉਮਰਾ ਉਸ ਦੀ ਮੁਕੰਮਲ ਬਰਬਾਦੀ ਲਈ ਉਸ ਦੇ ਮਗਰ ਲੱਗੇ ਹੋਏ ਸਨ, ਜਿਸ ਵਿੱਚ ਉਹ ਪੂਰੇ ਕਾਮਯਾਬ ਹੋਏ। ਇਸ ਲਈ ਇਹ ਦਿਲ ਵਿੰਨਵਾਂ ਦੁੱਖ ਸ਼ਾਹੀ ਨਾਸ਼ੁਕਰੀ ਦੇ ਅਫਸੋਸ ਨਾਲ ਮਿਲ ਕੇ ਜ਼ਹਿਰ ਵਿੱਚ ਡੁੱਬਾ ਖੰਜਰ ਬਣ ਕੇ ਉਸ ਦੀ ਛਾਤੀ ਵਿੱਚ ਖੁੱਭ ਗਿਆ। ਇਹ ਦੁੱਖ ਉਸ ਨੂੰ ਵਿੱਚੇ ਵਿੱਚ ਖਾ ਗਿਆ। ਬੇਇੱਜ਼ਤੀ ਵਾਲੇ ਦਿਨ ਹੀ ਉਹ ਬਿਮਾਰ ਹੋ ਗਿਆ, ਇੱਥੋਂ ਤੱਕ ਕਿ ਉਹ ਥੋੜ੍ਹੇ ਦਿਨ ਵਿੱਚ ਹੀ ਮੰਜੇ ਨਾਲ ਲੱਗ ਗਿਆ। 2.5 ਮਹੀਨੇ ਬਾਅਦ ਰਾਜ ਦਾ ਇਹ ਵਫਾਦਾਰ ਸਿਪਾਹੀ ਇਸ ਜਹਾਨੋਂ ਕੂਚ ਕਰ ਗਿਆ। ਜਿਸ ਵੇਲੇ ਕਿਲਾ ਸਰ ਹੋ ਗਿਆ ਅਤੇ ਫਤਿਹ ਦਾ ਇਸ਼ਾਰਾ ਦੇ ਦਿੱਤਾ ਗਿਆ ਤਾਂ ਸਮੇਂ ਦੇ ਰਿਵਾਜ ਅਨੁਸਾਰ ਜਿਸ ਨੇ ਪਹਿਲੋਂ ਆ ਕੇ ਖਬਰ ਦਿੱਤੀ, ਪਾਤਸ਼ਾਹ ਪਾਸੋਂ ਤਕੜੇ ਤਕੜੇ ਇਨਾਮ ਲਈ। ਬਹਾਦਰ ਸ਼ਾਹ ਨੇ ਇਹ ਖਬਰ ਸੁਣਦਿਆਂ ਹੀ ਲੋਹਾਰਾਂ ਨੂੰ ਬੁਲਾ ਕੇ ਹੁਕਮ ਦਿੱਤਾ ਕਿ ਛੇਤੀ ਤੋਂ ਛੇਤੀ ਲੋਹੇ ਦਾ ਇੱਕ ਮਜ਼ਬੂਤ ਪਿੰਜਰਾ ਤਿਆਰ ਕਰਨ ਤਾਂ ਕਿ ਬੰਦੇ ਨੂੰ ਉਸ ਵਿੱਚ ਬੰਦ ਕੀਤਾ ਜਾਵੇ। ਦੂਜੇ ਪਾਸੇ ਜਦ ਖਾਨ ਖਾਨਾ ਦੀ ਸੈਨਾ ਗੁਲਾਬ ਸਿੰਘ ਨੂੰ ਵਜ਼ੀਰ ਪਾਸ ਲੈ ਕੇ ਗਈ ਤਾਂ ਪੁੱਛ-ਗਿੱਛ ਪਿੱਛੋਂ ਪਤਾ ਲੱਗਾ ਕਿ ਇਹ ਬੰਦਾ ਸਿੰਘ ਨਹੀਂ, ਬੰਦੇ ਦੀ ਨਕਲ ਹੈ। ਬਾਦਸ਼ਾਹ ਇਸ ਹਾਰ ਤੇ ਬਹੁਤ ਤਿਲਮਿਲਾਇਆ ਹੋਇਆ ਸੀ। ਫੌਜ ਦੇ ਅਮੀਰਾਂ ਨੂੰ ਬੁਰਾ ਭਲਾ ਕਿਹਾ ਪਰ ਕਰ ਕੁਝ ਨਹੀਂ ਸੀ ਸਕਦਾ, ਚੁੱਪ ਹੋ ਗਿਆ। ਹਮੀਦ ਖਾਂ ਬਹਾਦਰ ਨੂੰ ਹੁਕਮ ਮਿਲਿਆ ਕਿ ਉਹ ਤਕੜੀ ਫੌਜ ਲੈ ਕੇ ਬੰਦੇ ਦਾ ਪਿੱਛਾ ਕਰੇ। ਜੇਕਰ ਜਿਉਂਦਾ ਮੋਇਆ ਹੱਥ ਆ ਜਾਵੇ ਤਾਂ ਵਾਹ ਭਲੀ, ਨਹੀਂ ਤਾਂ ਨਾਹਣ ਦਾ ਬਰਫੀ ਰਾਜਾ ਫੜ ਲਿਆਉਣ, ਕਿਉਂਕਿ ਉਹ ਪੱਕਾ ਨਮਕ ਹਰਾਮੀ ਸਾਬਤ ਹੋਇਆ ਹੈ ਅਤੇ ਉਸ ਨੇ ਸਾਡੇ ਐਡੇ ਵੱਡੇ ਵੈਰੀ ਨੂੰ ਆਪਣੇ ਰਾਜ ਵਿੱਚ ਦੀ ਸੁੱਕਾ ਹੀ ਲੰਘ ਜਾਣ ਦਿੱਤਾ। ਉਹ ਉਸ ਨੂੰ ਫੜ ਕੇ ਸਾਡੇ ਹਵਾਲੇ ਕਰ ਸਕਦਾ ਸੀ। ਹਮੀਦ ਖਾਂ ਬਹਾਦਰ ਫੌਜ ਲੈ ਕੇ ਬੰਦੇ ਦੇ ਮਗਰ ਗਿਆ ਤਾਂ ਸਹੀ, ਪਰ ਉਹ ਕੀ ਕਰ ਸਕਦਾ ਸੀ? ਬੰਦੇ ਨੂੰ ਫੜ ਸਕਣਾ ਉਸ ਦੇ ਵੱਸ ਦਾ ਰੋਗ ਨਹੀਂ ਸੀ। ਜਿਸ ਤੇਜ਼ ਰਫ਼ਤਾਰੀ ਨਾਲ ਉਹ ਪਹਾੜਾਂ ਦੇ ਵਿੰਗੇ ਟੇਢੇ ਰਾਹਾਂ ਰਾਹੀਂ, ਜਿਨ੍ਹਾਂ ਦਾ ਕੇਵਲ ਉਸ ਨੂੰ ਹੀ ਪਤਾ ਸੀ, ਨਿਕਲ ਗਿਆ, ਹਮੀਦ ਖਾਂ ਉਸ ਨੂੰ ਪਰਾਂ ਨਾਲ ਉੱਡ ਕੇ ਵੀ ਨਹੀਂ ਸੀ ਫੜ ਸਕਦਾ। ਸ਼ਾਹੀ ਸੈਨਾ ਨੇ ਜ਼ੋਰ ਤਾਂ ਬਹੁਤ ਮਾਰਿਆ, ਪਰ ਉਸ ਨੂੰ ਬੰਦਾ ਸਿੰਘ ਦਾ ਕੋਈ ਪਤਾ ਨਾ ਲੱਗਾ। ਹਰਫਲੀ ਹੋਈ ਸ਼ਾਹੀ ਸੈਨਾ ਦਾ ਗੁੱਸਾ ਨਾਹਣ ਦੇ ਰਾਜੇ ਤੇ ਨਿਕਲਿਆ। ਉਸ ਨੂੰ ਕੈਦ ਕਰਕੇ ਖਾਨ ਖਾਨਾ ਪਾਸ ਲਿਆਂਦਾ ਗਿਆ। ਨਾਹਣ ਦਾ ਬਰਫੀ ਰਾਜਾ ਭੂਪ ਪ੍ਰਕਾਸ਼ ਰਾਜਾ ਹਰੀ ਪ੍ਰਕਾਸ਼ ਦਾ ਪੁੱਤਰ ਸੀ। ਹਰੀ ਪ੍ਰਕਾਸ਼ ਦੇ ਮਰਨ ਤੇ ਔਰੰਗਜ਼ੇਬ ਨੇ ਭੂਪ ਪ੍ਰਕਾਸ਼ ਦੇ ਛੋਟੇ ਭਰਾ ਨੂੰ ਗੱਦੀ ਦੇਣ ਦਾ ਲਾਲਚ ਦਿੱਤਾ ਸੀ ਅਤੇ ਉਹ ਇਸਲਾਮ ਧਰਮ ਧਾਰਨ ਕਰ ਲਵੇ, ਪਰ ਉਸ ਨੇ ਆਪਣੇ ਧਰਮ ਨੂੰ ਗੱਦੀ ਨਾਲੋਂ ਉਚੇਚਾ ਸਮਝਿਆ ਅਤੇ ਔਰੰਗਜ਼ੇਬ ਦੀ ਪੇਸ਼ਕਸ਼ ਠੁਕਰਾ ਦਿੱਤੀ। ਭੂਪ ਪ੍ਰਕਾਸ਼ ਨੂੰ ਗੁਲਾਬ ਸਿੰਘ ਨਾਲ ਬੰਦਾ ਸਿੰਘ ਵਾਸਤੇ ਬਣੇ ਲੋਹੇ ਦੇ ਪਿੰਜਰੇ ਵਿੱਚ ਪਾ ਕੇ ਦਿੱਲੀ ਨੂੰ ਤੋਰ ਦਿੱਤਾ ਗਿਆ, ਜਿੱਥੇ ਉਹਨਾਂ ਨੂੰ ਜੇਲ੍ਹ ਵਿੱਚ ਸੁੱਟਿਆ ਗਿਆ। ਗੁਲਾਬ ਸਿੰਘ ਦੇ ਸਾਥੀ 30 ਸਿੱਖ ਜੋ ਨਾਲ ਫੜੇ ਗਏ ਸਨ, ਕਤਲ ਕਰ ਦਿੱਤੇ ਗਏ। ਮੁਹੰਮਦ ਖਾਂ ਸਰਹੰਦ ਪੱਲੋਂ ਪਾਤਸ਼ਾਹ ਪਾਸ ਆਇਆ ਅਤੇ 6 ਗੱਡੇ ਸਿੱਖਾਂ ਦੇ ਸਿਰਾਂ ਨਾਲ ਭਰ ਕੇ ਪੇਸ਼ ਕੀਤੇ। ਬਰਫੀ ਰਾਜਾ। ਇਹ ਕੋਈ ਬਰਫੀ ਖਾਣ ਵਾਲਾ ਰਾਜਾ ਜਾਂ ਬਰਫੀ ਬਣਾਉਣ ਵਾਲਾ ਰਾਜਾ ਨਹੀਂ ਸੀ। ਬਰਫੀ ਰਾਜਾ ਨਾਹਣ ਦੇ ਰਾਜੇ ਨੂੰ ਹੀ ਕਿਹਾ ਜਾਂਦਾ ਸੀ, ਕਿਉਂਕਿ ਇਸ ਦੇ ਜਿੰਮੇ ਔਰੰਗਜ਼ੇਬ ਨੇ ਡਿਊਟੀ ਲਾਈ ਹੋਈ ਸੀ ਕਿ ਗਰਮੀਆਂ ਦੇ ਮੌਸਮ ਵਿੱਚ ਸ਼ਾਹੀ ਮਹਿਲਾਂ ਵਿੱਚ ਵਰਤਣ ਲਈ ਕਾਫੀ ਮਾਤਰਾ ਵਿੱਚ ਪਹਾੜਾਂ ਵੱਲੋਂ ਬਰਫ਼ ਘਲਾਇਆ ਕਰੇ, ਜੋ ਇਹ ਬਿਲਾ ਨਾਗਾ ਘਲਾਉਂਦਾ ਹੁੰਦਾ ਸੀ।
ਸਰਦੀਆਂ ਦੇ ਮੌਸਮ ਵਿੱਚ ਜਦ ਬਰਫ਼ ਪੈਂਦੀ ਤਾਂ ਇਸ ਨੂੰ ਇਕੱਠਿਆਂ ਕਰਕੇ ਪਹਾੜਾਂ ਦੇ ਪੈਰਾਂ ਵਿੱਚ ਵਿਸ਼ੇਸ਼ ਕਿਸਮ ਦੇ ਤਿਆਰ ਕੀਤੇ ਹੋਏ ਟੋਇਆਂ ਵਿੱਚ ਭਰ ਲਿਆ ਜਾਂਦਾ। ਠੰਡ ਵਿੱਚ ਕਟਾਈ ਕਰਕੇ ਇਸ ਦੇ ਕਰੜੇ ਢੇਲੇ ਬਣਾਏ ਜਾਂਦੇ। ਗਰਮੀਆਂ ਵਿੱਚ ਇਹਨਾਂ ਢੇਲਿਆਂ ਨੂੰ ਮੋਟੇ ਕੰਬਲਾਂ ਅਤੇ ਦੁੰਨਾਂ ਵਿੱਚ ਲਪੇਟ ਕੇ ਗਰੀਬ ਪਹਾੜੀ ਕੁਲੀਆਂ ਦੀਆਂ ਪਿੱਠਾਂ 'ਤੇ ਰਖਾ ਕੇ ਜਮਨਾ ਦੇ ਕੰਢੇ ਧਾਮਰਾਸ ਦੇ ਮੁਕਾਮ 'ਤੇ ਇਕੱਠੀ ਕੀਤੀ ਜਾਂਦੀ। ਇੱਥੇ ਲੱਕੜੀ ਦੇ ਬਣੇ ਬਕਸਿਆਂ ਵਿੱਚ ਬੰਦ ਕਰਕੇ ਛਤਰੀਆਂ ਵਰਗੇ ਫੱਟਿਆਂ ਦੇ ਬਣੇ ਬੇੜਿਆਂ ਉੱਤੇ ਲੱਦ ਕੇ ਜ਼ਿਲ੍ਹਾ ਅੰਬਾਲੇ ਵਿੱਚ ਖਿਰਾਜਾਬਾਦ ਦੇ ਲਾਗੇ ਦਰਿਆਪੁਰ ਲਿਆਂਦੀ ਜਾਂਦੀ। ਇੱਥੇ ਬੇੜੀਆਂ ਉੱਤੇ ਲੱਦੀ ਜਾਂਦੀ ਅਤੇ ਇੱਥੋਂ 3 ਦਿਨਾਂ ਵਿੱਚ ਅੱਗੇ ਦਿੱਲੀ ਪਹੁੰਚਾਈ ਜਾਂਦੀ। ਹਜ਼ਾਰਾਂ ਆਦਮੀ ਇਸ ਬੇਗਾਰ ਵਿੱਚ ਸਾਰਾ ਸਾਲ ਲੱਗੇ ਰਹਿੰਦੇ। ਪਹਿਲਾਂ ਪਹਾੜਾਂ ਉੱਤੇ ਪਈ ਬਰਫ਼ ਨੂੰ ਪਹਾੜਾਂ ਦੇ ਪੈਰਾਂ ਵਿੱਚ ਧੂ ਕੇ ਚੱਕ ਕੇ ਇਕੱਠੀ ਕਰਦੇ, ਗੜਿਆਂ ਵਿੱਚ ਪਾ ਕੇ ਨੱਪਦੇ ਅਤੇ ਬਰਫਾਨੀ ਮੌਸਮ ਵਿੱਚ ਠੁਰ-ਠੁਰ ਕਰਦੇ ਠੰਡੇ ਦਿਨਾਂ ਅਤੇ ਕਾਲੀਆਂ ਠੰਡੀਆਂ ਰਾਤਾਂ ਝਾਕਦੇ। ਫਿਰ ਗਰਮੀਆਂ ਆਈਆਂ ਤੋਂ ਪਿੱਠਾਂ 'ਤੇ ਚੁੱਕ-ਚੁੱਕ ਲਿਆਉਂਦੇ ਅਤੇ ਜਮਨਾ ਦੇ ਪਹਾੜਾਂ ਵਿੱਚ ਦੀ ਤੇਜ਼ ਵਗਦੇ ਵਹਿਣ ਵਿੱਚ ਬੇੜੀਆਂ 'ਤੇ ਲੱਦ ਕੇ ਦਰਿਆ ਪਰ ਤੱਕ ਲਿਆਉਂਦੇ। ਇੱਥੇ ਬੇੜੇ ਉਖੇੜ ਕੇ ਉਹਨਾਂ ਦੇ ਫੱਟੇ ਖੱਚਰਾਂ ਟਟੂਆਂ 'ਤੇ ਲੱਦ ਕੇ ਫਿਰ ਵਾਪਸ ਧਾਮਰਾਸ ਪਹੁੰਚਾਉਂਦੇ। ਇੱਥੇ ਨਵੇਂ ਸਿਰੇ ਬੇੜੇ ਵੱਜਦੇ। ਧਾਮਰਾਸੋਂ ਕੁੱਲੀ ਮੁੜ ਮੋਟੇ ਕੰਬਲ ਅਤੇ ਦੁੰਨ ਪਿੱਠਾਂ 'ਤੇ ਚੁੱਕ ਕੇ ਬਰਫ਼ ਵਾਲੀ ਥਾਂ ਅੱਪੜਦੇ। ਜਾਂਦੇ ਸਾਰ ਫਿਰ ਲੱਦਾ ਲੈ ਕੇ ਵਾਪਸ ਪਿਛਾਂਹ ਨੂੰ ਤੁਰਦੇ। ਕਿਸੇ ਨੂੰ ਦਮ ਨਾ ਲੈਣ ਦਿੱਤਾ ਜਾਂਦਾ। ਫਿਰ ਸਫ਼ਰ ਦਿਨ ਰਾਤ ਚਾਲੂ ਰਹਿੰਦਾ। ਕੁੱਲੀ ਮੇਟਾਂ ਦੀਆਂ ਗਾਲਾਂ ਕੱਢਦੇ, ਸੋਟੇ ਹੁੰਝਾਂ ਖਾਂਦੇ ਪਸ਼ੂਆਂ ਵਾਂਗ ਤੁਰੇ ਜਾਂਦੇ। ਕਈ ਟੋਲੀਆਂ ਲੱਗੀਆਂ ਹੁੰਦੀਆਂ ਸਨ। ਕੋਈ ਦਮ ਟੁੱਟ ਕੇ ਮਰ ਗਿਆ ਤਾਂ ਫੜਿਆ ਅਤੇ ਟੰਗੋਂ ਧੂ ਕੇ ਖੱਡ ਵਿੱਚ ਵਗਾਹ ਮਾਰਿਆ। ਨਾ ਘਰਦਿਆਂ ਨੂੰ ਖਬਰ, ਨਾ ਸਰਕਾਰ ਵੱਲੋਂ ਕੋਈ ਮੁਆਵਜ਼ਾ। ਮਰੇ ਦੀ ਥਾਂ ਕੋਈ ਕਿਸਮਤ ਦਾ ਮਾਰਿਆ ਹੋਇਆ ਹੋਰ ਫੜ ਲਿਆ ਜਾਂਦਾ। ਦੁੱਖ ਸੁੱਖ ਵੇਲੇ ਜੇ ਕਿਸੇ ਨੇ ਕੁਝ ਸਮੇਂ ਲਈ ਘਰ ਜਾਣਾ ਹੋਵੇ ਤਾਂ ਆਪਣੀ ਥਾਂ ਬੰਦਾ ਦੇ ਕੇ ਜਾਵੇ। ਇਹਨਾਂ ਗਰੀਬ ਦੇ ਵਿਆਹ ਸ਼ਾਦੀਆਂ ਦੇ ਮਰਨੇ ਪਰਨੇ ਬਰਫ਼ ਢੋਂਦਿਆਂ ਦੇ ਹੀ ਹੁੰਦੇ। ਕੋਈ ਕੁਸਕਦਾ ਨਹੀਂ ਸੀ। ਮਰੇ ਕੋਈ ਜੀਵੇ, ਮੀਂਹ ਜਾਵੇ ਹਨੇਰੀ ਜਾਵੇ, ਸ਼ਾਹੀ ਰਾਜਧਾਨੀ ਵਿੱਚ ਬਰਫ਼ ਐਨ ਸਮੇਂ ਸਿਰ ਬਿਨਾਂ ਨਾਗਾ ਪਹੁੰਚਣੀ ਚਾਹੀਦੀ ਸੀ। ਬਰਫ਼ ਲਾ ਕੇ ਜੋ ਬੇੜੀਆਂ ਦਿੱਲੀਓਂ ਵਾਪਸ ਦਰਿਆਪੁਰ ਨੂੰ ਜਮਨਾ ਦੇ ਚੜ੍ਹਦੇ ਪਾਣੀ ਮੁੜਦੀਆਂ, ਉਹਨਾਂ ਨੂੰ ਬੜੀ ਸਖਤ ਮਿਹਨਤ ਕਰਨੀ ਪੈਂਦੀ। ਦੁਪਾਸੀ ਲਾਮ ਡੋਰ ਲੱਗੀ ਰਹਿੰਦੀ। ਬਰਸਾਤਾਂ ਵਿੱਚ ਜਦ ਦਰਿਆ ਚੜ੍ਹ ਜਾਂਦਾ ਤਾਂ ਬੇੜੀਆਂ ਦਾ ਕੰਮ ਅਸਲੋਂ ਔਖਾ ਹੋ ਜਾਂਦਾ। ਚਲਾਉਣ ਵਾਲੇ ਮਰ ਲੱਥਦੇ। ਠੰਡਾ ਪਾਣੀ ਪੀਣ ਲਈ ਮੁਗਲ ਸ਼ਾਹੀ ਨੂੰ ਕੀ ਅਨੁਭਵ ਹੁੰਦਾ ਹੋਵੇਗਾ ਕਿ ਪਿਆਲਿਆਂ ਵਿੱਚ ਤੈਰਨ ਵਾਲੀਆਂ ਬਰਫ਼ ਦੀਆਂ ਡਲੀਆਂ ਨਹੀਂ, ਸਗੋਂ ਹਜ਼ਾਰਾਂ ਬੇਜਵਾਨ ਮਜ਼ਲੂਮਾਂ ਦੇ ਹੱਡਾਂ ਦੇ ਟੁਕੜੇ ਅਤੇ ਮਾਂਸ ਦੀਆਂ ਬੋਟੀਆਂ ਹਨ। ਔਰੰਗਜ਼ੇਬ ਵੱਲੋਂ ਇਹ ਸੇਵਾ ਸੀ ਕਿ ਨਾਹਣ ਦੇ ਰਾਜੇ ਦੇ ਜਿੰਮੇ, ਜੋ ਬਰਫ਼ ਪਹੁੰਚਾਉਣ ਕਰਕੇ ਬਰਫ਼ੀ ਵਾਲੇ ਰਾਜੇ ਵੱਲੋਂ ਜਾਣਿਆ ਜਾਂਦਾ ਸੀ। ਇਸ ਕੰਮ ਵਿੱਚ ਲੱਗੇ ਲੋਕਾਂ ਨੂੰ ਕੀ ਮਿਲਦਾ ਸੀ? ਨਰਕੀ ਜੀਵਨ। ਮਰਨ ਤੱਕ ਇਹ ਗੁਲਾਮੀ ਦਾ ਜੂਲਾ ਮੋਢਿਓਂ ਨਹੀਂ ਲੱਥਣਾ। ਹੋਸ਼ ਹੁੱਟ ਕੇ ਮਰਿਆਂ ਅਤੇ ਖੱਡਾਂ ਵਿੱਚ ਸੁੱਟੇ ਗਿਆ ਨੂੰ ਕਿਸੇ ਨੇ ਕੀ ਯਾਦ ਕਰਨਾ? ਡਰ ਸਹਿਮ ਦੇ ਮਾਰੇ ਵਾਰਸਾਂ ਦੀ ਅੱਥਰ ਵੀ ਨਹੀਂ ਕੀਰੀ ਹੋਣੀ। ਇਸ ਖਿਦਾਮਤ ਦਾ ਸਿਲਾ ਰਾਜੇ ਨੂੰ ਕੀ ਮਿਲਿਆ? ਔਰੰਗਜ਼ੇਬ ਨੇ ਹੱਥੋਂ ਤਾਂ ਕੀ ਦੇਣਾ ਸੀ, ਉਲਟਾ ਵੱਡੇ ਭਰਾ ਦੀ ਗੱਦੀ ਖੋਹ ਕੇ ਛੋਟੇ ਨੂੰ ਇਸ ਸ਼ਰਤ 'ਤੇ ਦੇਣੀ ਚਾਹੀ ਕਿ ਉਹ ਆਪਣੇ ਧਰਮ ਨੂੰ ਤਿਲਾਂਜਲੀ ਦੇ ਕੇ ਮੁਸਲਮਾਨ ਹੋ ਜਾਵੇ। ਧਰਮ, ਰਾਜਗੱਦੀ ਅਤੇ ਭਰਾਤਰੀ ਪਿਆਰ ਤਿੰਨਾਂ ਦਾ ਸਤਿਆਨਾਸ਼, ਸੇਵਾ ਦਾ ਫਲ। ਗੁਲਾਮਾਂ ਲਈ ਇਹੋ ਜਿਹਾ ਫਲ ਹੀ ਮੱਥੇ ਦਾ ਲੇਖ ਬਣਦਾ ਹੈ। ਬਿਰਧ ਮਾਂ ਦੀ ਮਮਤਾ ਤੜਫ ਉੱਠੀ। ਭੂਪ ਪ੍ਰਕਾਸ਼ ਦੀ ਮਾਤਾ, ਜੋ ਕਾਫੀ ਬਿਰਧ ਉਮਰ ਦੀ ਔਰਤ ਸੀ, ਨੇ 30 ਅਮੀਰ ਭੂਪ ਪ੍ਰਕਾਸ਼ ਦੇ ਪਿੱਛੇ ਤੋਰੇ, ਜੋ ਜਾ ਕੇ ਪਾਤਸ਼ਾਹ ਦੀ ਮਿੰਨਤ ਸਜਾਮਤ ਕਰਕੇ ਉਸ ਦੇ ਪੁੱਤ ਨੂੰ ਰਿਹਾ ਕਰਵਾ ਕੇ ਲਿਆਉਣ। ਪਾਤਸ਼ਾਹ ਦੇ ਹਜ਼ੂਰ ਇਹਨਾਂ ਆਪਣੀਆਂ ਮਿੰਨਤਾਂ ਦੇ ਨਾਲ ਬੁੱਢੀ ਰਾਜਮਾਤਾ ਦੀਆਂ ਲਿਲਕਣੀਆਂ ਵਰਣਨ ਕਰਕੇ ਆਪਣਾ ਮੁਦਾ ਜ਼ਾਹਿਰ ਕੀਤਾ। ਪਾਤਸ਼ਾਹ ਬੜਾ ਕ੍ਰੋਧ ਵਿੱਚ ਸੀ। ਪਿਛਲੀਆਂ ਖਿਦਾਮਤਾਂ ਸਿਰਿਓਂ ਭੁਲਾ ਦਿੱਤੀਆਂ। ਭੂਪ ਪ੍ਰਕਾਸ਼ ਨੂੰ ਗੁਲਾਬ ਸਿੰਘ ਦੀ ਬਖਸ਼ੀ ਨਾਲ ਉਸੇ ਪਿੰਜਰੇ ਵਿੱਚ ਬੰਦ ਕਰਕੇ ਦਿੱਲੀ ਨੂੰ ਰਵਾਨਾ ਕੀਤਾ, ਜਿੱਥੇ ਇਹ ਗੁਲਾਬ ਸਿੰਘ ਦੇ ਨਾਲ ਹੀ ਕਤਲ ਕੀਤਾ ਗਿਆ। ਜੋ 30 ਪਤਵੰਤੇ ਆਏ ਸਨ, ਉਹਨਾਂ ਦੀ ਫਰਿਆਦ ਸੁਣ ਕੇ ਪਾਤਸ਼ਾਹ ਨੇ ਆਪਣੇ ਕੰਪੂ ਵਿਖੇ ਉਸੇ ਦਿਨ ਹੀ ਕਤਲ ਕਰਵਾ ਦਿੱਤੇ।
ਰਾਜਮਾਤਾ ਨੇ ਮੁਗਲ ਰਾਜ ਪ੍ਰਾਪਤੀ ਆਪਣੀ ਨੇਕ ਨੀਅਤੀ ਅਤੇ ਵਫਾਦਾਰੀ ਸਾਬਿਤ ਕਰਨ ਲਈ ਕੁਝ ਸਿੱਖ ਫੜੇ, ਕਤਲ ਕਰਵਾ ਕੇ ਉਹਨਾਂ ਦੇ ਸਿਰ ਬਾਦਸ਼ਾਹ ਦੀ ਸੇਵਾ ਵਿੱਚ ਭੇਜੇ ਤਾਂ ਕਿ ਉਸ ਦਾ ਦਿਲ ਪਸੀਜੇ ਅਤੇ ਭੂਪ ਪ੍ਰਕਾਸ਼ ਨੂੰ ਛੱਡ ਦੇਵੇ। ਪਰ ਇਹ ਆਸ ਪੂਰੀ ਨਾ ਹੋਈ। ਮਾਤਾ ਨੂੰ ਜਦ ਭੂਪ ਪ੍ਰਕਾਸ਼ ਦੇ ਅੰਤ ਦਾ ਪਤਾ ਚੱਲਿਆ ਤਾਂ ਸਹਾਰ ਨਾ ਸਕੀ ਅਤੇ ਗਮ ਨਾਲ ਹੀ ਮਰ ਗਈ। ਪਰ ਬਰਫ਼ ਫਿਰ ਵੀ ਉਸੇ ਤਰ੍ਹਾਂ ਪਹੁੰਚਦੀ ਰਹੀ। ਕਿਉਂ? ਗੁਲਾਮੀ ਦੀਆਂ ਛੱਟਾਂ ਅਣਖ ਅਤੇ ਬਾਹੂਬਲ ਨਾਲ ਮਰਦ ਲਾਹ ਪਰਾਂ ਸੁੱਟਦੇ ਹਨ, ਖੈਰਾਤ ਵਿੱਚ ਨਹੀਂ ਲੱਥਦੀਆਂ। ਇਹ ਹੈ ਉਸ ਬਰਫੀ ਰਾਜੇ ਦੀ ਦਾਸਤਾਨ ਕਿ ਕਿਸ ਤਰ੍ਹਾਂ ਆਪਣੇ ਪੁਰਖਿਆਂ ਵਾਂਗ ਉਹ ਮੁਗਲ ਰਾਜ ਦੀ ਬੇਗਾਰ ਵਰਗੀ ਸੇਵਾ ਕਰਿਆ ਕਰਦਾ ਸੀ। ਇਸ ਸੇਵਾ ਅਤੇ ਵਫਾਦਾਰੀ ਦਾ ਉਸ ਨੂੰ ਕੀ ਸਿਲਾ ਮਿਲਿਆ, ਉਹ ਸਾਹਮਣੇ ਹੈ। ਬਾਦਸ਼ਾਹ ਨੇ ਰਤਾ ਮਾਸਾ ਨਹੀਂ ਸੋਚਿਆ ਕਿ ਜਿਸ ਵੀਰ ਬਹਾਦਰ ਨੂੰ ਤੇਰੀ 60,000 ਫੌਜ ਨਹੀਂ ਫੜ ਸਕੀ, ਐਨੇ ਬੰਨ ਨੂੰ ਬੰਨੇ ਕਿਸੇ ਕੰਮ ਨਾ ਆਏ, ਭਲਾ ਉਸ ਨੂੰ ਇਹ ਮਾੜੂਆ ਜਿਹਾ ਰਾਜਾ ਕਿਵੇਂ ਫੜ ਲੈਂਦਾ। ਤੇਰੇ ਫੜਨ ਵਾਲੇ ਜਾਲਾਂ ਨਾਲ ਅੱਜ ਤੀਕ ਕੋਈ ਬਾਜਾ ਚਿਤਰਿਆ ਅਤੇ ਸ਼ੇਰਾਂ ਨੂੰ ਨਹੀਂ ਫੜ ਸਕਿਆ। ਸ਼੍ਰੀਨਗਰੀਆ ਫਤਿਹ ਸ਼ਾਹ ਬਚ ਗਿਆ। ਹਮੀਦ ਖਾਨ ਬਹਾਦਰ ਨੂੰ ਹੁਕਮ ਨਾਹਨ ਅਤੇ ਸ਼੍ਰੀਨਗਰ ਦੇ ਦੋਹਾਂ ਦੀ ਪਹਾੜੀ ਰਾਜਿਆਂ ਨੂੰ ਫੜ ਕੇ ਬਾਦਸ਼ਾਹ ਦੇ ਪੇਸ਼ ਕਰਨ ਦਾ ਸੀ। ਨਾਹਨ ਜੋ ਕਿ ਮੁਖਲਿਸਗੜ੍ਹ ਦੇ ਲਾਗੇ ਸੀ। ਹਮੀਦ ਖਾਨ ਝੱਟ ਪਹੁੰਚ ਗਿਆ। ਭੂਪ ਪ੍ਰਕਾਸ਼ ਜੇ ਚਾਹੁੰਦਾ ਤਾਂ ਸ਼ਹਿਰ ਛੱਡ ਕੇ ਨਿਕਲ ਜਾਂਦਾ, ਬਚ ਸਕਦਾ ਸੀ। ਸ਼ਾਹੀ ਮਹਿਲਾਂ ਵਿਖੇ ਬਰਫ਼ ਪਹੁੰਚਾਉਣ ਦੀ ਉੱਤਮ ਸੇਵਾ 'ਤੇ ਲੱਗਾ ਰਾਜਾ ਆਪਣੇ ਆਪ ਨੂੰ ਮੁਗਲ ਹਕੂਮਤ ਦਾ ਅੰਗ ਪੱਖ ਹੀ ਸਮਝਦਾ ਸੀ। ਉਹ ਇਹ ਨਹੀਂ ਸੀ ਜਾਣਦਾ ਕਿ ਗੁਲਾਮ ਭਾਵੇਂ ਕਿੰਨੀ ਵੀ ਜਾਨ ਜੋਖਮ ਵਿੱਚ ਪਾ ਕੇ ਪਾਤਸ਼ਾਹ ਦੀ ਸੇਵਾ ਕਰਨ, ਉਹਨਾਂ ਦੇ ਦਿਲਾਂ ਵਿੱਚ ਕਦੀ ਅਹਿਸਾਨ ਦੀ ਭਾਵਨਾ ਪੈਦਾ ਨਹੀਂ ਹੋਇਆ ਕਰਦੀ। ਗੁਲਾਮੀ ਵਿੱਚ ਯਕੀਨ ਰੱਖਣ ਵਾਲਿਆਂ ਦੀ ਨਿਗਾਹ ਵਿੱਚ ਸੇਵਾ ਕਰਦਿਆਂ ਗੁਲਾਮਾਂ ਦਾ ਮਾਲਕ ਲਈ ਸਿਰ ਦੀ ਬਾਜੀ ਲਾ ਜਾਣਾ ਕੋਈ ਅਨੋਖੀ ਗੱਲ ਨਹੀਂ। ਮੌਤ ਉਸ ਦੀ ਸੇਵਾ ਦਾ ਹਿੱਸਾ ਹੈ। ਇੱਕ ਵਾਰ ਨਹੀਂ, ਉਹ 100 ਵਾਰ ਆਜ਼ਾਦੀ ਖਾਤਰ ਮਰੇ। ਉਹ ਕਿਸੇ ਵਿਸ਼ੇਸ਼ ਸਲੂਕ ਦਾ ਹੱਕਦਾਰ ਨਹੀਂ। ਬਸ ਇਹੋ ਹੀ ਗੱਲ ਭੂਪ ਪ੍ਰਕਾਸ਼ ਦੇ ਸੰਬੰਧ ਵਿੱਚ ਸਮਝ ਲਈ ਜਾਵੇ। ਸੋ ਬਹਾਦਰ ਸ਼ਾਹ ਨੇ ਉਸ ਦੀ ਸੇਵਾ ਨੂੰ ਰਤੀ ਨਹੀਂ ਗੌਲਿਆ, ਝੱਟ ਪਿੰਜਰੇ ਵਿੱਚ ਬੰਦ ਕਰਕੇ ਦਿੱਲੀ ਪਹੁੰਚਾ ਦਿੱਤਾ। ਨਾਹਨ ਤੋਂ ਅੱਗੇ ਹੱਦ ਫਤਿਹ ਸ਼ਾਹ ਦੀ ਰਿਆਸਤ ਸ਼੍ਰੀਨਗਰ ਦੀ ਸੀ। ਇਹ ਸ਼੍ਰੀਨਗਰ ਕਸ਼ਮੀਰ ਵਾਲਾ ਨਹੀਂ, ਬਲਕਿ ਇਹ ਸ਼ਹਿਰ ਦੇਵ ਪ੍ਰਯਾਗ ਤੋਂ ਲੈ ਕੇ ਅਲਕਾਨੰਦਾ ਦਰਿਆ ਦੇ ਖੱਬੇ ਕੰਢੇ 'ਤੇ ਹੈ। ਇਹ ਕਮਾਊ ਗੜਵਾਲ ਦਾ ਇਲਾਕਾ ਹੈ। ਸ਼੍ਰੀਨਗਰ ਬੜੇ ਉੱਚਿਆਂ ਪਹਾੜਾਂ ਵਿੱਚ ਘਿਰਿਆ ਹੋਇਆ ਹੈ। ਰਾਹ ਖਹਿੜਾ ਬਿਖੜਾ ਹੋਣ ਕਰਕੇ ਹਮੀਦ ਖਾਂ ਇਸ ਪਾਸੇ ਨਾ ਗਿਆ। ਫਤਿਹ ਸ਼ਾਹ ਨੂੰ ਪਤਾ ਲੱਗ ਗਿਆ ਕਿ ਉਸ ਨਾਲ ਕੀ ਬਣਨ ਵਾਲੀ ਸੀ। ਸੋ ਆਪਣੀ ਸਵਾਮੀ ਭਗਤੀ ਦੇ ਪ੍ਰਮਾਣ ਵਜੋਂ ਕੀਮਤੀ ਤੋਹਫੇ ਪਾਤਸ਼ਾਹ ਦੀ ਸੇਵਾ ਵਿੱਚ ਭਜਵਾ ਕੇ ਆਪਣੀ ਨੇਕ ਨੀਤੀ ਅਤੇ ਸੂਝ-ਬੂਝ ਦਾ ਰੰਗ ਜਾਮਾ ਲਿਆ। ਬਾਦਸ਼ਾਹ ਨੇ ਅਧੀਨਗੀ ਅਤੇ ਤੋਹਫੇ ਕਬੂਲ ਕਰ ਲਏ ਅਤੇ ਫਤਿਹ ਸ਼ਾਹ ਸੁਰਖਰੂ ਹੋ ਗਿਆ। ਫਤਿਹ ਸ਼ਾਹ ਯਾਦ ਰਹੇ ਕਿ ਇਹ ਉਹ ਫਤਿਹ ਸ਼ਾਹ ਹੈ ਜੋ ਗੁਰੂ ਘਰ ਉੱਤੇ ਬੜੀ ਸ਼ਰਧਾ ਰੱਖਦਾ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਬੜਾ ਪ੍ਰੇਮ ਰੱਖਦਾ ਸੀ। ਇਸ ਦੀ ਲੜਕੀ ਜੋ ਅਜਮੇਰ ਚੰਦ ਪੁੱਤਰ ਭੀਮ ਚੰਦਰ ਕਹਿਲੂਰੀਏ ਨਾਲ ਮੰਗੀ ਸੀ ਦੀ ਸ਼ਾਦੀ ਸਮੇਂ ਇਸ ਨੇ ਵਿਸ਼ੇਸ਼ ਤੌਰ 'ਤੇ ਗੁਰੂ ਮਹਾਰਾਜ ਨੂੰ ਸੱਦਿਆ ਸੀ। ਗੁਰੂ ਮਹਾਰਾਜ ਖੁਦ ਨਾ ਗਏ, ਪਰ ਦੀਵਾਨ ਨੰਦ ਚੰਦ ਨੂੰ 2 ਲੱਖ ਦਾ ਤੰਬੋਲ ਦੇ ਘਲਾਇਆ ਸੀ। ਭੀਮ ਚੰਦ ਜੰਝ ਚੜ੍ਹਿਆ ਤਾਂ ਬਿਲਾਸਪੁਰੋਂ ਕਾਫੀ ਫੌਜ ਨਾਲ ਲੈ ਕੇ ਤੁਰਿਆ ਅਤੇ ਢੀਂਗ ਮਾਰੀ ਕਿ ਮਾਖੋਵਾਲ ਭੱਜ ਕੇ ਗੁਰੂ ਪਹੁੰਟੇ ਸਿਰ ਲੁਕਾਈ ਬੈਠਾ ਹੈ। ਇੱਥੇ ਵੀ ਟਿਕਣ ਨਹੀਂ ਦੇਣਾ। ਜਿਹੜੀਆਂ ਚੀਜ਼ਾਂ ਮੰਗਣ 'ਤੇ ਨਹੀਂ ਸੀ ਦਿੱਤੀਆਂ, ਤਲਵਾਰੀ ਖੋਹ ਕੇ ਖੜਾਂਗਾ। ਸਾਰਾ ਡੇਰਾ ਲੁੱਟਣਾ ਹੈ। ਇੱਥੋਂ ਦੇ ਉਖੜੇ ਨੂੰ ਮਾਖੋਵਾਲ ਵੀ ਨਹੀਂ ਵੜਨ ਦੇਣਾ। ਫੇਰ ਵੇਖੂੰ ਇਸ ਦੀ ਗੁਰਿਆਈ ਚੱਲਦੀ। ਇੱਕ ਪੰਥ 2 ਕਾਜ, ਜਾਂਦਿਆਂ ਗੁਰੂ ਦਾ ਡੇਰਾ ਲੁੱਟ-ਪੁੱਟ ਲੈ ਜਾਣਾ ਹੈ। ਦਾ ਭਰ ਗਿਆ ਤਾਂ ਗੁਰੂ ਨੂੰ ਵੀ ਠਿਕਾਣੇ ਲਾ ਦੇਣਾ ਹੈ। ਵਿਆਹੋਂ ਵਿਹਲੇ ਹੋ ਕੇ ਨਾਹਣ ਵਾਲੇ ਦੀ ਖਬਰ ਲਵਾਂਗੇ ਜੋ ਗੁਰੂ ਦਾ ਐਡਾ ਹੇਜਲਾ ਬਣਿਆ ਹੋਇਆ ਹੈ। ਇਹ ਕਿੰਨੇ ਭਾਗਾਂ ਵਾਲੀ ਸ਼ਾਦੀ ਹੈ ਕੰਵਰ ਜੀ ਦੀ ਜੋ ਇੰਨੇ ਕੰਮ ਇਕੱਠੇ ਹੀ ਰਾਸ ਆਉਣਗੇ। ਇਹਨਾਂ ਢੀਂਗਾਂ ਤੇ ਮਨਸੂਬਿਆਂ ਦਾ ਪੌਂਟੇ ਵਿਖੇ ਗੁਰੂ ਸਾਹਿਬ ਨੂੰ ਵੀ ਪਤਾ ਲੱਗ ਗਿਆ ਸੀ। ਉਹਨਾਂ ਨੇ ਵੀ ਭੀਮ ਚੰਦ ਨੂੰ ਆਖ ਘਲਾਇਆ ਕਿ ਜਿੰਨੀ ਮਰਜ਼ੀ ਫੌਜ ਅਤੇ ਹਮਾਇਤੀ ਇਕੱਠੇ ਕਰ ਲਿਆਵੇ, ਅਸਾਂ ਇਹ ਜੰਝ ਇੱਥੋਂ ਦੀ ਨਹੀਂ ਲੰਘਣ ਦੇਣੀ। ਰਾਜੇ ਨੂੰ ਦੱਸਿਆ ਕਿ ਗੱਲ ਤਾਂ ਮਹਿੰਗੀ ਪਈ। ਪ੍ਰੋਹਤ ਭੇਜਿਆ ਕਿ ਮਹਾਰਾਜ ਦਇਆ ਕਰੋ, ਸੁੱਧੇ ਹੋਏ ਲੰਘਣ, ਸਿਰ ਫੇਰੇ
नहीं हो सकणगे। गुरु जी ने सिर्फ लाड़ा ते प्रोहत नूं लंघ जाण दी आग्या दित्ती। लाड़ा घोड़े ते चढ़ के नहीं, पालकी विच बह के, बाकी सारी जंज अते फौज नाहण रियासत दी हदों बाहर दी हो के औखे राहीं लंघ के मुश्किल नाल समय सिर श्रीनगर पहुंची। खट दा समां होया। फतेह शाह ने जो होर राजे सद्दे होए सन सारियां न्याउंदा पाया। दीवान नंद चंद ने गुरु जी वल्लों बख्शिश होया तंबोल दिता जो 2 ਲੱਖ ਦਾ ਸੀ। खट रोकी गई तां जद गुरु जी 2 ਲੱਖ ਦਾ तंबोल दा प्रोहत ने बड़े मान सत्कार नाल तारीफ करके जिक्र किया तां भीम चंद नूं तां सत्ती कपड़ी अग लग गई। पहली गल तां इह कि तंबोल ही सारियां राजां दे तंबोलां नालों किते ज़्यादा सी। दूजा गुरु गोबिंद राय वल्लों सी जिस दे हत्थों जंज अते फौज सणे खज्जल खुआर हो के मुश्किल नाल समय सिर अपड़िया सी। ईरखा विच भिजे होए फतेह शाह ने जोर पाया कि यह तंबोल कबूल ना करे, सगों सिखां नूं तुरंत चले जाण लई कहे। फतेह शाह ने बड़ी मिन्नत समाजत की पर कोई पेश ना गई। उसने धमकी दी कि जे गोबिंद राय नाल संबंध रखना है तो साडे नाल रिश्ता नहीं हो सकता, असीं चलदे भले। फतेह शाह ने जद कोई चारा ना चलदा डिठा तां बड़ी निमरता नाल दीवान नंद चंद नूं अपनी मजबूरी दस के सब कुछ वापस कर दिता। सिख तंबोल लैके वापस डेरे आ गए। भीम चंद का इरादा सी कि रात नूं हमला करके सिखां दा सारा साजो समान अते तंबोल लुट लिया जावे। दीवान नंद चंद दे साथियां ने भीम चंद की नीयत ताड़ लई। तंबोल दा समान दे के कुछ घोड़ सवारा हनेरा होण दे नाल पौंटा साहिब वल नूं तोर दिते। चोणवें जानबाज सिखां नाल भीम चंद दे डेरे ते सब खून मारिया। चंगे चंगे घोड़े अते होर साजो समान जो हथ लगा लै लिया अते जो अड़िया चंडी दी भेट करके रात ही श्रीनगरों निकल गए। भीम चंद दे दिल दी दिल विच रह गई। सवेर जद जानी माली नुकसान का वेरवा मिलिया तां सिर पिटदा होया वाह दुहाई बकी जावे, मगर घल्ले गए सिपाही सिखां दी धूड़ नूं भी ना पा सके। कुड़माचारी दे दबाव थल्ले फतेह शाह भंगाणी दे युद्ध विच भीम चंद वल्लों हो के दशमेश जी विरुद्ध लड़िया अते तकड़ी हार दा कलंक खट्टिया। अज असीं भूरियां वाले राजे कीते किताब दे 95 पन्ने पढ़ चुके हां। बाकी दी किताब असीं अगले भाग विच पढ़ांगे। वाहिगुरू जी का खालसा, वाहिगुरू जी की फतेह।